ਹਾਜ਼ਰ ਹਾਂ ਜੀ ਲੈ ਕੇ ਤੁਹਾਡਾ ਆਪਣਾ ਪ੍ਰੋਗਰਾਮ ਜਿਹਦੇ ਵਿੱਚ ਅਸੀਂ ਗੱਲਬਾਤ ਕਰਾਂਗੇ ਕੈਨੇਡੀਅਨ ਇਮੀਗ੍ਰੇਸ਼ਨ ਸੰਬੰਧੀ। ਸੋ ਇਮੀਗ੍ਰੇਸ਼ਨ ਸੰਬੰਧੀ ਤੁਹਾਡਾ ਕੋਈ ਵੀ ਸਵਾਲ ਹੈ ਸਾਨੂੰ ਅੱਜ ਦੇ ਲਾਈਵ ਪ੍ਰੋਗਰਾਮ 'ਚ ਤੁਸੀਂ ਕਾਲ ਕਰ ਸਕਦੇ ਹੋ। ਤੁਹਾਡੇ ਸਵਾਲਾਂ ਦੇ ਵੀ ਜਵਾਬ ਦੇਵਾਂਗੇ ਤੇ ਅੱਜ ਕੁਝ ਮੁੱਦਿਆਂ ਉੱਤੇ ਗੱਲਬਾਤ ਕਰਾਂਗੇ। ਖਾਸ ਤੌਰ ਤੇ ਇੰਟਰਨੈਸ਼ਨਲ ਸਟੂਡੈਂਟਸ ਦੀ ਗੱਲ ਕੀਤੀ ਜਾਵੇ, ਪੀਆਰ ਦੇ ਨਾਮ ਦੇ ਉੱਤੇ ਕੈਨੇਡਾ ਵਿੱਚ ਕਾਫੀ ਜ਼ਿਆਦਾ ਐਕਸਪਲੋਇਟ ਹੋ ਰਹੇ ਨੇ, ਪੁਆਇੰਟਸ ਉੱਪਰ ਜਾ ਰਹੇ ਨੇ ਤੇ ਅਜਿਹੇ ਦੇ ਵਿੱਚ ਸਟੱਡੀ ਵੀਜ਼ਾ ਤੋਂ ਲੈ ਕੇ ਪੀਆਰ ਤੱਕ ਦਾ ਇਹ ਰਾਹ ਕੋਈ ਸੌਖਾ ਨਹੀਂ ਹੁੰਦਾ। ਅੱਜ ਇਹਦੇ ਬਾਰੇ ਵਿੱਚ ਤੁਹਾਨੂੰ ਜਾਣਕਾਰੀ ਦੇਵਾਂਗੇ, ਇੱਕ ਸਹੀ ਤਰੀਕੇ ਦੇ ਨਾਲ ਕੈਨੇਡਾ ਵਿੱਚ ਸਟੱਡੀ ਵੀਜ਼ਾ ਦੇ ਉੱਤੇ ਕਿਸ ਤਰੀਕੇ ਨਾਲ ਆਇਆ ਜਾ ਸਕਦਾ ਹੈ ਤੇ ਕਿਸ ਤਰੀਕੇ ਨਾਲ ਪੋਸਟ ਗ੍ਰੈਜੂਏਟ ਵਰਕ ਪਰਮਿਟ ਲੈ ਕੇ ਤੇ ਉਸ ਤੋਂ ਬਾਅਦ ਤੁਸੀਂ ਆਪਣੇ ਪੀਆਰ ਤੱਕ ਦਾ ਰਸਤਾ ਆਸਾਨ ਕਰ ਸਕਦੇ ਹੋ। ਇਸ ਤੋਂ ਵੀ ਇਲਾਵਾ ਤੁਹਾਡਾ ਕੋਈ ਵੀ ਸਵਾਲ ਹੈਗਾ ਕੈਨੇਡੀਅਨ ਇਮੀਗ੍ਰੇਸ਼ਨ ਨੂੰ ਲੈ ਕੇ ਸਾਨੂੰ ਲਾਈਵ ਪ੍ਰੋਗਰਾਮ 'ਚ ਕਾਲ ਕਰ ਸਕਦੇ ਹੋ। ਤੁਹਾਡੇ ਸਵਾਲਾਂ ਦੇ ਜਵਾਬ ਦੇਣ ਲਈ ਤੇ ਅੱਜ ਦੇ ਮੁੱਦੇ ਉੱਤੇ ਗੱਲਬਾਤ ਕਰਨ ਲਈ ਸਾਡੇ ਨਾਲ ਜੁੜ ਚੁੱਕੇ ਨੇ ਜੀ ਆਈਸੀਸੀ ਇਮੀਗ੍ਰੇਸ਼ਨ ਤੋਂ ਮਿਸਟਰ ਮਨੂ ਦੱਤਾ ਜੀ। ਸਤਿ ਸ਼੍ਰੀ ਅਕਾਲ ਸਰ। ਤਰਨ ਜੀ, ਥੈਂਕ ਯੂ ਵੈਰੀ ਮਚ। ਸਭ ਤੋਂ ਪਹਿਲਾਂ ਤਾਂ ਤੁਹਾਨੂੰ ਤੇ ਸਾਰੇ ਹੀ ਵਿਊਅਰਸ ਨੂੰ ਆਈਸੀਸੀ ਇਮੀਗ੍ਰੇਸ਼ਨ ਦੀ ਸਮੁੱਚੀ ਟੀਮ ਵੱਲੋਂ ਐਮਡੀ ਮਨੂ ਦੱਤਾ ਐਂਡ ਆਰਡੀ ਰਿਪੁਦਮਨ ਸਿੰਘ ਢਿੱਲੋਂ ਵੱਲੋਂ ਸਤਿ ਸ਼੍ਰੀ ਅਕਾਲ, ਨਮਸਕਾਰ, ਆਦਾਬ ਐਂਡ ਥੈਂਕ ਯੂ ਵੈਰੀ ਮਚ ਫॉर ਹੈਵਿੰਗ ਅਸ ਔਨ ਏਅਰ। ਤਰਨ ਜੀ, ਕੀ ਹਾਲ ਚਾਲ ਸਰ? ਆਲ ਗੁੱਡ, ਥੈਂਕ ਯੂ। ਕੰਗ੍ਰੈਚੁਲੇਸ਼ਨਸ, ਕੈਨੇਡਾ ਦੀ ਆਬਾਦੀ 40 ਮਿਲੀਅਨ ਹੋ ਗਈ ਫਾਈਨਲੀ। ਬਿਲਕੁਲ ਤਰਨ ਜੀ, ਬੜਾ ਟਾਈਮ ਲੱਗਾ ਤੇ 40 ਮਿਲੀਅਨ ਤੇ ਪਹੁੰਚ ਗਈ ਆਬਾਦੀ। ਬਟ ਇਹਦੇ ਵਿੱਚ ਇੱਕ ਅਲਾਰਮਿੰਗ ਗੱਲ ਹੈਗੀ ਹੈ ਕਿ ਲੋਕਲ ਜਿਹੜੀ ਬਰਥ ਰੇਟ ਤੋਂ ਜਿਹੜਾ ਪੋਪੂਲੇਸ਼ਨ ਵੱਧਦੀ ਪਈ ਉਹ ਸਿਰਫ 2.3% ਦਾ ਵਾਧਾ ਹੈਗਾ। ਬਾਕੀ ਜਿੰਨੀ ਵੀ ਆਬਾਦੀ ਵੱਧਦੀ ਪਈ ਹੈਗੀ ਹੈ ਉਹ ਇਮੀਗ੍ਰੈਂਟਸ ਦੇ ਥਰੂ ਵੱਧ ਰਹੀ ਹੈ। ਸਰ ਵੈਸੇ ਜਿਵੇਂ ਗੱਲ ਕਰ ਰਹੇ ਸੀ ਕਿ ਇਮੀਗ੍ਰੇਸ਼ਨ ਜਿਹੜੀ ਆ ਬੈਕਬੋਨ ਆ ਇਸ ਵਕਤ ਕੈਨੇਡਾ ਦੀ ਤੇ ਇਹਦੇ ਬਿਨਾ ਸਰਵਾਈਵ ਵੀ ਨਹੀਂ ਕੀਤਾ ਜਾ ਸਕਦਾ। ਗੱਲ ਕਰਾਂਗੇ, ਪਹਿਲਾਂ ਦਰਸ਼ਕ ਜੁੜ ਗਏ ਨੇ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ, ਕੀ ਸਵਾਲ ਹੈ? ਸਤਿ ਸ਼੍ਰੀ ਅਕਾਲ ਜੀ। ਹਾਂਜੀ, ਕਿੱਥੋਂ ਬੋਲ ਰਹੇ ਹੋ ਜੀ, ਕੀ ਸਵਾਲ ਹੈ? ਮੈਡਮ ਜੀ ਬ੍ਰੈਂਪਟਨ ਤੋਂ ਬੋਲ ਰਹੇ ਜੀ। ਮੈਡਮ ਸਾਡਾ ਜੀ ਐਕਸਪੀਰੀਅੰਸ ਐਂਟਰੀ ਵਿੱਚ ਜਿਹੜਾ ਨੰਬਰ ਆਇਆ ਸੀ ਪੇਰੈਂਟਸ ਦਾ, ਆਪਾਂ ਜਿਹੜੇ ਬੱਚੇ ਨੇ ਪੇਰੈਂਟਸ ਵੱਲੋਂ ਅਪਲਾਈ ਕੀਤਾ ਸੀ, ਉਹ ਮਤਲਬ 6 ਮਹੀਨੇ ਹੋ ਗਏ ਪੇਪਰ ਭਰਿਆ ਨੂੰ, ਤਾਂ ਕਿੰਨਾ ਟਾਈਮ ਲੱਗੂਗਾ ਜੀ? 6 ਮਹੀਨੇ ਹੋਏ ਨੇ ਉਹਦੇ ਬਾਰੇ ਪੁੱਛਣਾ ਚਾਹੁੰਦਾ। ਤੁਹਾਡਾ ਲੋਟਰੀ ਦੇ ਵਿੱਚ ਨਾਮ ਆਇਆ ਸੀ? ਲੋਟਰੀ 'ਚ ਨਾ ਆਇਆ ਸੀ ਮੈਡਮ ਸਾਡਾ। ਲਾਸਟ ਅਕਤੂਬਰ ਦੇ ਵਿੱਚ ਆਇਆ ਜੀ? ਇਹ ਦਸੰਬਰ ਦੇ ਪਹਿਲਾਂ ਆਇਆ ਸੀ। ਹਾਂ, ਓਕੇ, ਠੀਕ ਹੈ ਜੀ। ਠੀਕ ਹੈ ਜੀ, ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ। ਥੈਂਕ ਯੂ ਸੋ ਮਚ, ਤੁਸੀਂ ਪ੍ਰੋਗਰਾਮ 'ਚ ਕਾਲ ਕੀਤੀ ਹੈ ਜੀ। ਸਰ ਤਰਨ, ਜਿਹੜਾ ਪ੍ਰੋਸੈਸਿੰਗ ਟਾਈਮ ਹੈਗਾ ਪੈਰੈਂਟਲ ਸਪਾਂਸਰਸ਼ਿਪ ਦਾ ਉਹ ਤਕਰੀਬਨ 2 ਸਾਲਾਂ ਦੇ ਆਸ-ਪਾਸ ਹੈਗਾ। ਸੋ ਇਟ ਵਿਲ ਟੇਕ ਸਮ ਮੋਰ ਟਾਈਮ ਫॉर ਹਿਮ ਜੀ। ਸੋ ਮੈਂ ਗੱਲ ਕਰ ਰਹੀ ਸੀ ਕਿ ਇਮੀਗ੍ਰੇਸ਼ਨ ਬਹੁਤ ਜ਼ਰੂਰੀ ਹੈ ਕੈਨੇਡਾ ਦੇ ਲਈ, ਤਾਂ ਉੱਥੇ ਹੀ ਸਟੂਡੈਂਟਸ ਇੱਕ ਵੱਡਾ ਰੋਲ ਅਦਾ ਕਰਦੇ ਨੇ ਇਹਦੇ ਵਿੱਚ ਤੇ ਇੱਥੇ ਆ ਕੇ ਇਕਨੋਮੀ ਨੂੰ ਵੀ ਕਾਫੀ ਬੂਸਟ ਕਰਦੇ ਨੇ। 22 ਮਿਲੀਅਨ ਡਾਲਰ ਦੀ ਘੱਟੋ ਘੱਟ ਬਿਲੀਅਨ ਡਾਲਰ ਦੀ ਇੰਡਸਟਰੀ ਹੈਗੀ ਆ। ਪਰ ਸਟੂਡੈਂਟਸ ਲਈ ਖਾਸ ਤੌਰ ਤੇ ਜੇ ਮੈਂ ਗੱਲ ਕਰਾਂ, ਪਿੱਛੋਂ ਆਉਣ ਵਾਲੇ ਸਟੂਡੈਂਟਸ ਜਿਹੜੇ ਸਪੈਸ਼ਲੀ ਏਸ਼ੀਅਨ ਸਾਊਥ ਏਸ਼ੀਅਨ ਕਮਿਊਨਿਟੀ ਨੂੰ ਬਿਲੋਂਗ ਕਰਦੇ ਨੇ, ਇੱਥੇ ਆ ਕੇ ਕਈ ਵਾਰੀ ਉਹ ਨਹੀਂ ਸੋਚਿਆ ਹੁੰਦਾ ਜੋ ਫੇਸ ਕਰਨਾ ਪੈਂਦਾ ਆ। ਪਹਿਲੀ ਗੱਲ ਕਹਿੰਦੇ ਕਿ ਆਪਣਾ ਰਾਸਤਾ ਬਹੁਤ ਆਸਾਨੀ ਨਾਲ ਚੁਣੋ ਕਿ ਸਟੱਡੀ ਵੀਜ਼ਾ ਇੱਕ ਵਨ ਆਫ ਦਾ ਬੈਸਟ ਵੇ ਹੈ ਕੈਨੇਡਾ ਦੇ ਵਿੱਚ ਆਉਣ ਲਈ ਲੀਗਲ ਵੇ ਦੇ ਨਾਲ। ਪਰ ਸਟੱਡੀ ਵੀਜ਼ਾ ਦੇ ਲਈ ਵੀ ਹੁਣ ਜਿਵੇਂ ਅਸੀਂ ਦੇਖਿਆ ਸਟੂਡੈਂਟਸ ਦੇ ਉੱਤੇ ਡਿਪੋਰਟੇਸ਼ਨ ਦੀ ਤਲਵਾਰ ਲਟਕ ਰਹੀ ਆ। ਇਹ ਵੀ ਨਹੀਂ ਪਤਾ ਲੱਗਦਾ ਕਿ ਜੈਨੂਇਨ ਵੇ ਨਾਲ ਆ ਕੇ ਵੀ ਤੁਹਾਨੂੰ ਇਹ ਸਭ ਕੁਝ ਦੇਖਣਾ ਪੈ ਸਕਦਾ ਆ। ਸੋ ਸਟੱਡੀ ਵੀਜ਼ਾ ਲਈ ਜਦੋਂ ਅਸੀਂ ਗੱਲ ਕਰਦੇ ਸਰ, ਸਭ ਤੋਂ ਪਹਿਲਾਂ ਕਿਹੜੀਆਂ ਗੱਲਾਂ ਦਾ ਖਾਸ ਤੌਰ ਤੇ ਖਿਆਲ ਰੱਖਣਾ ਜ਼ਰੂਰੀ ਹੈ? ਕਿਉਂਕਿ ਬਹੁਤ ਚੀਜ਼ਾਂ ਉੱਥੇ ਭਰਮਾਉਣ ਨੂੰ ਬੈਠੀਆਂ ਨੇ ਜਿਹੜੀਆਂ ਕਹਿੰਦੀਆਂ ਬਿਨਾਂ ਤੁਹਾਨੂੰ ਅਸੀਂ ਆਇਲਸ ਤੇ ਭੇਜ ਦੇਵਾਂਗੇ, ਆਇਲਸ ਦੀ ਜ਼ਰੂਰਤ ਨਹੀਂ, ਕਿਸੇ ਇੰਗਲਿਸ਼ ਲੈਂਗੁਏਜ ਟੈਸਟ ਦੀ ਜ਼ਰੂਰਤ ਨਹੀਂ ਹੈਗੀ, ਜਿੰਨੇ ਮਰਜ਼ੀ ਤੁਹਾਡੇ ਮਾਰਕਸ ਹੋਣ ਤਾਂ ਵੀ ਤੁਸੀਂ ਜਾ ਸਕਦੇ ਹੋ। ਕੀ ਕਹਿਣਾ ਚਾਹੋਗੇ? ਤਰਨ, ਸਭ ਤੋਂ ਪਹਿਲਾਂ ਤਾਂ ਤੁਸੀਂ 40 ਮਿਲੀਅਨ ਦੀ ਗੱਲ ਕੀਤੀ ਕਿ ਕੈਨੇਡੀਅਨ ਪੋਪੂਲੇਸ਼ਨ 40 ਮਿਲੀਅਨ ਹੋ ਗਈ ਹੈ। 25 ਤੋਂ 27% ਪੋਪੂਲੇਸ਼ਨ ਕੈਨੇਡੀਅਨ ਅਗਲੇ 10 ਸਾਲਾਂ ਦੇ ਵਿੱਚ ਰਿਟਾਇਰ ਹੋਣ ਜਾ ਰਹੀ ਹੈ। ਸੋ ਦੈਟ ਮੀਨਸ ਆਲਮੋਸਟ 10 ਮਿਲੀਅਨ ਪੋਪੂਲੇਸ਼ਨ ਅਗਲੇ 10 ਸਾਲਾਂ ਦੇ ਵਿੱਚ ਰਿਟਾਇਰ ਹੋਣ ਜਾ ਰਹੀ ਹੈ। ਸੋ ਹੁਣ ਨੂੰ ਆਫਸੈਟ ਕਰਨਾ ਬਹੁਤ ਜ਼ਰੂਰੀ ਹੈ। ਜੇ ਉਹ ਆਫਸੈਟ ਨਹੀਂ ਹੋਏਗਾ ਤੇ ਜਿਹੜੀ ਵਰਕਿੰਗ ਪੋਪੂਲੇਸ਼ਨ ਹੈਗੀ ਹੈ ਉਹ ਰਿਟਾਇਰਡ ਪੋਪੂਲੇਸ਼ਨ ਨਾਲੋਂ ਜਾਂ ਡਿਪੈਂਡੈਂਟ ਪੋਪੂਲੇਸ਼ਨ ਨਾਲੋਂ ਜ਼ਿਆਦਾ ਹੋ ਜਾਏਗੀ। ਸੋ ਜਦੋਂ ਡਿਪੈਂਡੈਂਟ ਪੋਪੂਲੇਸ਼ਨ ਜ਼ਿਆਦਾ ਹੋ ਜਾਂਦੀ ਹੈ, ਰਿਟਾਇਰਡ ਪੋਪੂਲੇਸ਼ਨ ਵਰਕਿੰਗ ਪੋਪੂਲੇਸ਼ਨ ਨਾਲੋਂ ਜ਼ਿਆਦਾ ਹੋ ਜਾਂਦੀ ਹੈ, ਤੇ ਜਿੰਨੀ ਵੀ ਗਵਰਨਮੈਂਟ ਦੇ ਫ੍ਰੀ ਪਲਾਨਸ ਹੈਗੇ ਨੇ, ਫ੍ਰੀ ਹੈਲਥ ਕੇਅਰ ਹੈਗਾ, ਫ੍ਰੀ ਐਜੂਕੇਸ਼ਨ ਹੈਗਾ, ਉਹ ਗਵਰਨਮੈਂਟ ਦੇ ਨਹੀਂ ਪਾਏਗੀ। ਸੋ ਉਹ ਸਾਰੀਆਂ ਸਹੂਲਤਾਂ ਦੇਣ ਵਾਸਤੇ ਗਵਰਨਮੈਂਟ ਨੂੰ ਚਾਹੀਦਾ ਹੈਗਾ ਕਿ ਸਾਡੀ ਵਰਕ ਫੋਰਸ ਜ਼ਿਆਦਾ ਹੋਵੇ ਰਾਦਰ ਦੈਨ ਦ ਰਿਟਾਇਰਡ ਫੋਰਸ। ਸੋ ਉਹਦੇ ਵਾਸਤੇ ਹੀ ਆ ਸਾਰੀਆਂ ਚੀਜ਼ਾਂ ਉਲੀਕੀਆਂ ਜਾ ਰਹੀਆਂ। ਪੀਐਨਪੀਜ਼ ਦੇ ਵਿੱਚ ਇੰਨੀ ਚੇਂਜਸ ਕੀਤੇ ਗਏ ਨੇ, ਐਕਸਪ੍ਰੈਸ ਐਂਟਰੀ ਦੇ ਵਿੱਚ ਇੰਨੇ ਚੇਂਜਸ ਕੀਤੇ ਨੇ। ਗਵਰਨਮੈਂਟ ਬਾਰ-ਬਾਰ ਅਨਾਊਂਸ ਕਰ ਰਹੀ ਹੈ ਕਿ 4,65,000 ਇਮੀਗ੍ਰੈਂਟਸ ਅਸੀਂ 2023 ਦੇ ਵਿੱਚ ਲੈ ਕੇ ਆਵਾਂਗੇ, ਅਗਲੇ ਸਾਲ 485 ਲੈ ਕੇ ਆਵਾਂਗੇ, 2025 ਦੇ ਵਿੱਚ 5 ਲੱਖ ਇਮੀਗ੍ਰੈਂਟਸ ਲੈ ਕੇ ਆਵਾਂਗੇ। ਐਂਡ ਇੱਦਾਂ ਨੰਬਰ ਵੱਧ ਰਿਹਾ ਐਂਡ ਵਧਣਾ ਹੋਰ ਵਧੇਗਾ ਵੀ ਹਲੇ। ਉਹਦਾ ਰੀਜ਼ਨ ਹੈਗਾ ਆ, ਐਂਡ ਹਲੇ ਵੀ ਗਵਰਨਮੈਂਟ ਨੂੰ ਕਾਫੀ ਬੈਕਲੈਸ਼ ਹੋ ਰਿਹਾ ਬਿਕੋਜ਼ ਪ੍ਰੋਪਰਟੀਜ਼ ਰੈਂਟਲ ਅਕੋਮੋਡੇਸ਼ਨ ਉਸ ਤਰ੍ਹਾਂ ਅਵੇਲੇਬਲ ਨਹੀਂ ਹੈਗੀ। ਪ੍ਰੋਪਰਟੀਜ਼ ਦੀ ਪ੍ਰਾਈਸਿਸ ਕਾਫੀ ਵਧੀਆਂ ਹੋਈਆਂ ਹੈਗੀਆਂ, ਖਾਸ ਕਰ GTA ਦੇ ਵਿੱਚ। ਬਿਕੋਜ਼ ਜੇ ਅਸੀਂ ਗੱਲ ਕਰੀਏ ਕਿ ਹਰ ਸਾਲ 4.5 ਲੱਖ ਇਮੀਗ੍ਰੈਂਟਸ ਲੈਂਡ ਕਰ ਰਹੇ ਨੇ,
47 to 48% ਤੇ ਸਟ੍ਰੇਟ GTA ਦੇ ਵਿੱਚ ਆ ਕੇ ਆਪਣਾ ਹੋਮ ਟਾਊਨ ਬਣਾ ਲੈਂਦੇ ਨੇ। ਉਸ ਤੋਂ ਬਾਅਦ ਜਿਹੜੇ 50% 52% 53% ਬਾਹਰ ਵੀ ਗਏ, ਉਹਨਾਂ ਦੇ ਵਿੱਚੋਂ ਵੀ 40 ਤੋਂ 45% ਲੋਕੀ ਅਗਲੇ 2 ਸਾਲਾਂ ਦੇ ਵਿੱਚ ਵਾਪਸ GTA ਦੇ ਵਿੱਚ ਆ ਜਾਂਦੇ ਨੇ। ਸੋ GTA ਇਜ਼ ਵਨ ਏਰੀਆ ਜਿੱਥੇ ਲੋਕਾਂ ਦਾ ਟ੍ਰੈਂਡ ਹੈਗਾ ਆ, ਇੰਟੈਂਸ਼ਨ ਹੈਗੀ ਸੈਟਲ ਡਾਊਨ ਹੋਣ ਦੀ। ਹੁਣ ਜਦੋਂ ਆਬਾਦੀ ਦੀ ਗੱਲ ਕਰੀਏ, ਆਬਾਦੀ ਸਾਨੂੰ ਵੀ ਨੀਡ ਪੀਪਲ ਟੂ ਕਮ ਇਨ। ਅੱਜ ਦੀ ਤਰੀਕ ਦੇ ਵਿੱਚ ਓਨਟਾਰੀਓ ਇੰਨੀ ਪੋਪੂਲੇਸ਼ਨ ਦੇ ਬਾਵਜੂਦ ਵੀ ਅਸੀਂ ਓਨਟਾਰੀਓ ਦੇ ਵਿੱਚ ਸ਼ਾਰਟ ਹੈਗੇ ਆ ਟ੍ਰੇਡਸ ਦੇ ਉੱਤੇ, ਡਰਾਸਟਿਕਲੀ ਸ਼ਾਰਟ ਹੈਗੇ ਆ ਕੰਸਟਰਕਸ਼ਨ ਲੇਬਰ ਦੇ ਉੱਤੇ, ਡਰਾਸਟਿਕਲੀ ਸ਼ਾਰਟ ਹੈਗੇ ਆ ਅਸੀਂ ਫਾਰਮ ਲੇਬਰਸ ਦੇ ਉੱਤੇ, ਹੈਲਥ ਕੇਅਰ ਦੇ ਉੱਤੇ ਅਸੀਂ ਡਰਾਸਟਿਕਲੀ ਸ਼ਾਰਟ ਹੈਗੇ ਆ। ਸੋ ਇਹ ਨਹੀਂ ਕਿ ਇੰਨੇ ਲੋਕੀ ਆ ਰਹੇ ਨੇ, ਉਸ ਤੋਂ ਬਾਵਜੂਦ ਵੀ ਓਨਟਾਰੀਓ ਨੂੰ ਵੀ ਸ਼ਾਰਟੇजेस ਦਾ, ਟੈਲੈਂਟ ਸ਼ਾਰਟੇजेस ਦਾ, ਸਕਿੱਲ ਸ਼ਾਰਟੇजेस ਦਾ ਸਾਹਮਣਾ ਕਰਨਾ ਪੈ ਰਿਹਾ। ਹੁਣ ਅਸੀਂ ਇੰਟਰਨੈਸ਼ਨਲ ਸਟੂਡੈਂਟ ਦੇ ਉੱਤੇ ਆ ਗਏ। ਤੁਸੀਂ ਕਿਹਾ ਇਟਸ ਅ ਬਿਗ ਇੰਡਸਟਰੀ, ਐਬਸੋਲੂਟਲੀ ਜੀ। $22.3 ਬਿਲੀਅਨ ਦੀ ਇੰਡਸਟਰੀ ਬਣ ਚੁੱਕੀ ਹੈ, ਬਿਕੋਜ਼ ਇੰਟਰਨੈਸ਼ਨਲ ਸਟੂਡੈਂਟਸ ਹਰ ਸਾਲ $22.3 ਬਿਲੀਅਨ ਕੈਨੇਡਾ ਦੇ ਵਿੱਚ ਲੈ ਕੇ ਆਉਂਦੇ ਨੇ, ਵਿਚ ਇਜ਼ ਨਾਟ ਅ ਸਮਾਲ ਅਮਾਊਂਟ। ਇਹੀ ਅਮਾਊਂਟ ਜੇ ਅਸੀਂ US ਦੀ ਗੱਲ ਕਰੀਏ ਤਾਂ ਤਕਰੀਬਨ 35 ਬਿਲੀਅਨ ਦੇ ਆਸ-ਪਾਸ ਹੈਗੀ ਹੈ ਜਿਹੜੇ ਇੰਟਰਨੈਸ਼ਨਲ ਸਟੂਡੈਂਟਸ ਉੱਥੇ ਲੈ ਕੇ ਜਾਂਦੇ ਨੇ। ਸੋ ਇਟ ਇਜ਼ ਅ ਬਿਗ ਇੰਡਸਟਰੀ। ਉਸ ਤੋਂ ਬਾਅਦ ਜਦੋਂ ਇੰਟਰਨੈਸ਼ਨਲ ਸਟੂਡੈਂਟਸ ਆਉਂਦੇ ਨੇ, ਉਹ ਏਜ ਕਿਹੜੀ ਦੇ ਆਉਂਦੇ ਨੇ? 18 ਸਾਲ ਤੋਂ ਲੈ ਕੇ 25 ਸਾਲ 30 ਸਾਲ ਤੱਕ। ਸੋ ਉਹਨਾਂ ਦੀ ਵਰਕਿੰਗ ਏਜ ਕਿੰਨੀ ਹੈਗੀ? ਅਗਲੇ 30 ਸਾਲ ਤੋਂ 40 ਸਾਲ। ਸੋ ਇੰਨੀ ਵੱਡੀ ਜਦੋਂ ਵਰਕਿੰਗ ਏਜ ਹੋਏਗੀ, ਦੈਟ ਇਜ਼ ਦਾ ਇਮੀਗ੍ਰੈਂਟਸ ਕੈਨੇਡਾ ਸ਼ੁੱਡ ਲੀਗਲੀ ਬੀ ਟਾਰਗੇਟਿੰਗ। ਐਂਡ ਐਸੇ ਕਰਕੇ ਤੁਸੀਂ ਦੇਖੋ ਐਕਸਪ੍ਰੈਸ ਐਂਟਰੀ ਦੇ ਵਿੱਚ 29 ਤੋਂ ਬਾਅਦ 30 ਤੋਂ ਬਾਅਦ ਪੁਆਇੰਟਸ ਕੱਟਣੇ ਸ਼ੁਰੂ ਹੋ ਜਾਂਦੇ ਨੇ ਏਜ ਦੇ। ਤੁਹਾਨੂੰ ਹਰ ਸਾਲ ਤੁਸੀਂ 5 ਤੋਂ 6 ਪੁਆਇੰਟਸ ਲੂਜ਼ ਕਰਦੇ ਹੈਗੇ ਹੋ। ਸੋ ਐਸੇ ਕਰਕੇ ਕਰਦੇ ਹੋ ਬਿਕੋਜ਼ ਸਾਨੂੰ ਉਹ ਵਰਕਿੰਗ ਪੋਪੂਲੇਸ਼ਨ ਚਾਹੀਦੀ ਹੈਗੀ ਜਿਹੜੀ 30 ਸਾਲ ਦੇ ਅੰਡਰ ਹੋਵੇ। ਐਂਡ ਉਹਦੇ ਵਿੱਚ ਸਟੂਡੈਂਟ ਬਹੁਤ ਢੁਕਵੇਂ ਬੈਠਦੇ ਨੇ। ਐਬਸੋਲੂਟਲੀ ਤੁਸੀਂ ਕਿਹਾ ਕਿ ਫਰਾਡਸ ਹੋਏ ਨੇ, ਐਬਸੋਲੂਟਲੀ ਹੋਏ ਨੇ। ਐਸੇ ਕਰਕੇ ਅਸੀਂ ਬਾਰ-ਬਾਰ ਕਹਿੰਦੇ ਹਾਂ ਤਰਨ ਜੀ ਕਿ ਜਦੋਂ ਵੀ ਤੁਸੀਂ ਡੀਲ ਕਰੋ CCIC ਮੈਂਬਰ 'ਚ, ਉਹਨਾਂ ਨਾਲ ਡੀਲ ਕਰੋ, ਲਾਅ ਸੁਸਾਇਟੀ ਆਫ ਅਪਰ ਕੈਨੇਡਾ ਦੇ ਮੈਂਬਰਸ ਨਾਲ ਡੀਲ ਕਰੋ, ਜਿਹੜੇ ਲੀਗਲੀ ਕੈਨੇਡੀਅਨ ਸਰਕਾਰ ਤੋਂ ਜਿਹਨਾਂ ਨੂੰ ਮਾਨਤਾ ਪ੍ਰਾਪਤ ਹੈਗੀ ਹੈ, ਉਹਨਾਂ ਨਾਲ ਡੀਲ ਕਰੋ ਤਾਂ ਕਿ ਤੁਹਾਨੂੰ ਸਹੀ ਐਡਵਾਈਸ ਮਿਲ ਸਕੇ। ਜਿਹੜਾ CCIC ਮੈਂਬਰ ਹੋਏਗਾ ਜਾਂ ਲਾਅ ਸੁਸਾਇਟੀ ਆਫ ਅਪਰ ਕੈਨੇਡਾ ਦਾ ਮੈਂਬਰ ਹੋਏਗਾ, ਉਹ ਕਦੀ ਵੀ ਤੁਹਾਨੂੰ ਗਲਤ ਇਨਫੋਰਮੇਸ਼ਨ ਤੁਹਾਡੇ ਨਾਲ ਸ਼ੇਅਰ ਨਹੀਂ ਕਰੇਗਾ, ਬਿਕੋਜ਼ ਉਹਨੂੰ ਪਤਾ ਹੈ ਕਿ ਉਹਦੇ ਉੱਤੇ ਬੋਡੀ ਹੈਗੀ ਜਿਹਨੂੰ ਉਹ ਰਿਪੋਰਟ ਕਰ ਰਿਹਾ ਹੈਗਾ। ਸੋ ਦੇ ਵਿਲ ਗਿਵ ਯੂ ਦ ਮੋਸਟ ਅਪਡੇਟਡ ਐਂਡ ਸਿੰਸੀਅਰ ਇਨਫੋਰਮੇਸ਼ਨ। ਅਸੀਂ ਕੀ ਕਰਦੇ ਹਾਂ ਕਿ ਉੱਥੇ ਇੰਡੀਆ ਦੀ ਅਸੀਂ ਗੱਲ ਕਰਦੇ ਹਾਂ ਕਿ ਏਜੰਟਾਂ ਨੇ ਗਲਤ ਕੀਤਾ, ਐਬਸੋਲੂਟਲੀ ਗਲਤ ਕੀਤਾ। ਇਟ ਇਜ਼ ਟੋਟਲੀ ਇਨਹਿਊਮਨ। ਬਟ ਜਦੋਂ ਆਈਲੈਟਸ ਦੇਖਦੇ ਹੋ ਤਾਂ ਤੁਸੀਂ ਉਹਨਾਂ ਕੋਲ ਜਾਂਦੇ ਕਿਉਂ ਹੈਗੇ ਹੋ? ਤੁਹਾਨੂੰ ਪਤਾ ਕਿ ਜਦੋਂ ਕੈਨੇਡਾ ਆਉਣਾ ਹੈਗਾ ਤੇ ਆਈਲੈਟਸ ਤੇ ਚਾਹੀਦਾ ਹੈਗਾ ਸਟੱਡੀ ਵੀਜ਼ਾ ਦੇ ਉੱਤੇ, ਤੇ ਤੁਸੀਂ ਬਿਨਾਂ ਆਈਲੈਟ ਦੇ ਕੋਸ਼ਿਸ਼ ਕਰ ਰਹੇ ਹੋ ਆਉਣ ਦੀ, ਤੇ ਤੁਸੀਂ ਤਾਂ ਆਪ ਹੀ ਸ਼ਾਰਟਕਟ ਮਾਰਨ ਦੀ ਕੋਸ਼ਿਸ਼ ਕਰ ਰਹੇ ਹੋ। ਸਰ, ਮੈਂ ਤੁਹਾਨੂੰ ਪਹਿਲਾਂ ਵੀ ਡਿਸਕਸ ਕਰ ਰਹੀ ਸੀ ਪ੍ਰੋਗਰਾਮ ਦੀ ਸ਼ੁਰੂਆਤ ਤੋਂ ਪਹਿਲਾਂ ਕਿ ਉੱਥੇ ਰਾਜ ਸਭਾ ਮੈਂਬਰ ਮਿਸਟਰ ਸਾਹਨੀ ਨੇ ਇਹ ਚੀਜ਼ ਜਿਹੜੀ ਆ ਸਾਹਮਣੇ ਲਿਆਂਦੀ ਹੈ ਕਿ ਪੰਜਾਬ ਦੇ ਵਿੱਚ ਸਪੈਸ਼ਲੀ ਕਿ 9 ਅਜਿਹੀ ਏਜੰਸੀਜ਼ ਚੱਲਦੀਆਂ ਨੇ ਇਮੀਗ੍ਰੇਸ਼ਨ ਦੀਆਂ ਜਿਹੜੀਆਂ ਕਿ ਸੈਂਟਰ ਗਵਰਨਮੈਂਟ ਦੇ ਵੱਲੋਂ ਹਾਲਾਂਕਿ ਬੈਨ ਕੀਤੀਆਂ ਗਈਆਂ ਨੇ, ਪਰ ਇਸ ਦੇ ਬਾਵਜੂਦ ਓਪਨਲੀ ਉਹਨਾਂ ਦੇ ਆਫਿਸਿਸ ਉੱਥੇ ਚੱਲਦੇ ਨੇ। ਹੁਣ ਜਦੋਂ ਵੱਡੇ ਵੱਡੇ ਆਫਿਸਿਸ ਖੋਲ ਲਏ ਜਾਂਦੇ ਆ ਤਾਂ ਸ਼ਾਇਦ ਲੋਕੀ ਵੀ ਉਸ ਚੀਜ਼ ਦੇ ਵਿੱਚ ਪੈ ਜਾਂਦੇ ਆ ਕਿ ਵੀ ਐਡਾ ਵੱਡਾ ਆਫਿਸ ਹੈ, ਇਹਨਾਂ ਨੇ ਕਿੱਥੇ ਜਾਣਾ ਹੈ। ਸੋ ਤਾਂ ਕਰਕੇ ਸ਼ਾਇਦ ਕਿਤੇ ਨਾ ਕਿਤੇ ਉਹ ਵੀ ਠੱਗੀ ਦਾ ਸ਼ਿਕਾਰ ਹੋ ਜਾਂਦੇ ਆ। ਬਿਲਕੁਲ ਤਰਨ ਜੀ, ਇੱਕ ਇੰਨੇ ਵੱਡੇ ਬੈਨਰ ਲੱਗੇ ਹੋਏ ਆ ਉੱਥੇ, ਰਾਈਟ? ਐਂਡ ਉੱਥੇ ਇੰਨੀ ਮਾਰਕੀਟਿੰਗ, ਮੇਰੇ ਖਿਆਲ ਨਿਊਜ਼ਪੇਪਰ ਦੇ ਵਿੱਚ, TV ਦੇ ਵਿੱਚ, ਇਮੀਗ੍ਰੇਸ਼ਨ ਤੋਂ ਇਲਾਵਾ ਸ਼ਾਇਦ ਹੀ ਕੋਈ ਫੀਲਡ ਹੋਵੇ ਜਿਹਦੀ ਇੰਨੀ ਵੱਡੀ ਮਾਰਕੀਟਿੰਗ ਹੋ ਰਹੀ ਹੋਵੇ। ਤੁਸੀਂ ਪੰਜਾਬ ਐਂਟਰ ਕਰਨ ਲੱਗੋ ਉਸ ਤੋਂ ਪਹਿਲਾਂ ਹੀ ਵੱਡੇ ਵੱਡੇ ਬੈਨਰ ਤੁਹਾਨੂੰ ਨਜ਼ਰ ਆ ਜਾਂਦੇ ਨੇ। ਸੋ ਲੋਕਾਂ ਦਾ ਵੀ ਅਟਰੈਕਟ ਹੋਣਾ, ਉਹ ਐਬਸੋਲੂਟਲੀ ਜੋ ਦਿਖਤਾ ਹੈ ਉਹ ਵਿਕਤਾ ਹੈ। ਸੋ ਉੱਥੇ ਉਹ ਜਦੋਂ ਉਹ ਵੱਡੇ ਵੱਡੇ ਬੈਨਰ ਦੇ ਦੇਣ, ਉਹਨੂੰ ਇਹ ਨਹੀਂ ਨਜ਼ਰ ਆਉਂਦਾ CCIC ਹੈਗਾ ਆ ਕਿ ਨਹੀਂ ਹੈਗਾ, ਲਾਅ ਸੁਸਾਇਟੀ ਦਾ ਮੈਂਬਰ ਹੈਗਾ ਜਾਂ ਨਹੀਂ ਹੈਗਾ, ਉਹ ਉੱਥੇ ਤੱਕ ਸੋਚ ਹੀ ਖਤਮ ਹੋ ਜਾਂਦੀ ਹੈ। ਬਟ ਮੈਂ ਇੱਕ ਫਿਰ ਵੀ ਕਹੂੰਗਾ, ਜਿੰਨੇ ਵੀ ਬੱਚੇ ਇੰਟਰਨੈਸ਼ਨਲ ਸਟੂਡੈਂਟ ਆਉਣਾ ਚਾਹੁੰਦੇ ਨੇ, ਦੇਰ ਆਰ ਐਂਪਲ ਚਾਂਸਿਸ, ਬਿਕੋਜ਼ ਹਾਲੇ ਵੀ ਜੇ ਗੱਲ ਕਰੀਏ 2,26,000 ਸਟੂਡੈਂਟ ਇਸ ਟਾਈਮ ਇੰਡੀਆ ਦਾ, ਕੈਨੇਡਾ, ਇੰਡੀਆ ਇਜ਼ ਦਾ ਨੰਬਰ 1 ਸੋਰਸ ਕੰਟਰੀ ਟੂ ਕੈਨੇਡਾ। 2,26,000 ਸਟੂਡੈਂਟ ਇਸ ਟਾਈਮ ਤੇ ਕੈਨੇਡਾ ਦੇ ਵਿੱਚ ਪੜ੍ਹਾਈ ਕਰ ਰਿਹਾ। ਜੇ ਅਸੀਂ ਵੇਰੀਅਸ ਸਟੇਜਸ ਦੀ ਗੱਲ ਕਰ ਲਈਏ ਤੇ ਤਕਰੀਬਨ ਟੋਟਲ 8 ਲੱਖ ਦੇ ਆਸ-ਪਾਸ ਇੰਟਰਨੈਸ਼ਨਲ ਸਟੂਡੈਂਟ ਹੈਗਾ ਜਿਹੜਾ ਪੜ੍ਹਾਈ ਕਰ ਚੁੱਕਾ ਹੈ, ਜਿਹੜਾ ਵਰਕ ਪਰਮਿਟ ਦੇ ਉੱਤੇ ਹੈਗਾ। ਬਟ 2,26,000 ਉਹ ਸਟੂਡੈਂਟ ਹੈ ਜਿਹੜਾ ਇਸ ਟਾਈਮ ਤੇ ਇੰਡੀਅਨ ਸਟੂਡੈਂਟ ਪੜ੍ਹਾਈ ਕਰ ਰਿਹਾ। ਸੋ 40% ਪਾਪੂਲੇਸ਼ਨ ਜਿਹੜੀ ਹੈਗੀ ਹੈ ਇੰਟਰਨੈਸ਼ਨਲ ਸਟੂਡੈਂਟਸ ਦੀ, ਉਹ ਇੰਡੀਆ ਕੇਟਰ ਕਰ ਰਿਹਾ ਤਰਨ ਜੀ। ਐਂਡ ਮੈਂ ਅੱਜ ਵੀ ਕਹੂੰਗਾ ਕਿ ਜੇ ਤੁਸੀਂ ਆਪਣੇ ਬੱਚਿਆਂ ਨੂੰ ਕੈਨੇਡਾ ਭੇਜਣਾ ਚਾਹੁੰਦੇ ਹੋ, ਅਮੇਜ਼ਿੰਗ ਓਪਰਚੁਨਿਟੀਜ਼ ਹੈਗੀਆਂ, ਬਿਕੋਜ਼ ਦਿਸ ਇਜ਼ ਵਨ ਆਫ ਦੋਜ਼ ਕੰਟਰੀਜ਼ ਜਿੱਥੇ ਬੱਚੇ ਆ ਕੇ ਪਰਮਾਨੈਂਟ ਰੈਜ਼ੀਡੈਂਸੀ ਆਪਣੀ ਹਾਸਲ ਕਰਦੇ ਨੇ। ਗੱਲ ਕਰਾਂਗੇ ਨੈਕਸਟ ਕਾਲਰ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ, ਕਿਸ ਵਾਲੇ? ਹਾਂਜੀ ਤਰਨ, ਅੱਜ ਇੰਡੀਆ ਆਇਲਟ ਵਾਲਾ ਫੜਿਆ ਜਿਹੜਾ ਡੁਪਲੀਕੇਟ ਸਰਟੀਫਿਕੇਟ ਬਣਾ ਦਿੰਦਾ ਸੀਗਾ ਜੀ। ਇੰਡੀਆ ਤੋਂ ਆਇਲਟਸ ਵਾਲਾ ਫੜਿਆ ਗਿਆ ਵਾ। ਇਹ ਕਿਹੜੇ ਪਾਸਿਓਂ ਫੜਿਆ ਗਿਆ ਜੀ, ਪੰਜਾਬ ਤੋਂ ਜਾਂ ਕਿਤੋਂ ਹੋਰ? ਇਹ ਪੰਜਾਬ ਤੋਂ ਜੀ, ਮੈਂ ਕਿਹਾ ਹੁਸ਼ਿਆਰਪੁਰ ਵਾਲੋਂ ਫੜਿਆ ਗਿਆ ਜੀ। ਇਹ ਪੰਜਾਬ ਹੁਸ਼ਿਆਰਪੁਰ ਤੋਂ, ਠੀਕ ਹੈ ਜੀ, ਥੈਂਕ ਯੂ ਸੋ ਮਚ। ਕੋਈ ਸਰਟੀਫਿਕੇਟ ਬੰਦਾ ਪਹਿਲਾਂ ਉਹਨੇ ਆਇਲਟ ਕੀਤਾ, ਉਹਨੂੰ ਪਤਾ ਲੱਗ ਗਿਆ, ਉਹਨੂੰ
ਗਾਹਕ ਬਣ ਕੇ ਗਿਆ ਤਾਂ ਉਹ ਸਾਡੇ ਪੁਲਿਸ ਨੇ ਫੜ ਲਿਆ ਅੱਜ ਉਹਨੂੰ। ਜੀ ਥੈਂਕ ਯੂ ਸੋ ਮਚ ਜੀ, ਸਾਡੀ ਜਾਣਕਾਰੀ 'ਚ ਤੁਸੀਂ ਵਾਧਾ ਕੀਤਾ ਹੈ, ਥੈਂਕ ਯੂ ਸੋ ਮਚ। ਇਹ ਸਟੂਡੈਂਟ ਦਾ ਵੀ ਕਸੂਰ ਹੈ ਜਿਹੜੇ ਜਾਲੀ ਸਿਗਰਟ ਬਿਲਕੁਲ ਬਣਾ ਕੇ ਆਉਂਦੇ ਲੈ ਕੇ। ਬਿਲਕੁਲ ਇੱਥੇ ਆ ਕੇ ਵੀ ਇੰਟਰਵਿਊਜ਼ ਵਗੈਰਾ ਹੁੰਦੀਆਂ ਨੇ, ਇੱਥੇ ਆ ਕੇ ਕਹਿੰਦੇ ਸਾਰਾ ਕੁਝ ਏਜੰਟ ਨੇ ਕੀਤਾ। ਬਿਲਕੁਲ ਥੈਂਕ ਯੂ ਸੋ ਮਚ ਜੀ, ਤੁਸੀਂ ਪ੍ਰੋਗਰਾਮ 'ਚ ਕਾਲ ਕੀਤੀ ਹੈ, ਸਾਡੀ ਜਾਣਕਾਰੀ 'ਚ ਵਾਧਾ ਕੀਤਾ ਹੈ। ਸਰ ਜਿਵੇਂ ਆਪਾਂ ਹੁਣੇ ਗੱਲ ਕਰਦੇ ਪਏ ਸੀਗੇ, ਨਿਆਗਰਾ ਫਾਲਸ ਵੀ ਮੈਨੂੰ ਲੱਗਦਾ ਕਿਸੇ ਟਾਈਮ ਦੇ ਵਿੱਚ ਉੱਥੇ ਇੱਕ ਕਾਲਜ ਸੀ ਨਿਆਗਰਾ ਕਾਲਜ, ਜਦੋਂ ਫੇਕ ਆਇਲਟਸ ਦਾ ਮਾਮਲਾ ਸਾਹਮਣੇ ਆਇਆ। ਬਿਲਕੁਲ ਤਰਨ ਜੀ, ਉਦੋਂ ਵੀ ਇਹੀ ਚੀਜ਼ ਹੋਈ ਸੀਗੀ ਕਿ ਜਿਹੜੇ ਬੱਚੇ ਆਏ ਸੀਗੇ ਉਹ 7 ਬੈਂਡ ਕੋਈ 7.5 ਬੈਂਡ ਲੈ ਕੇ ਆਏ ਸੀਗੇ, ਬਟ ਜਦੋਂ ਉਹਨਾਂ ਨੂੰ ਕਮਿਊਨੀਕੇਸ਼ਨ ਕੀਤੀ ਗਈ ਜਾਂ ਆਫੀਸਰਸ ਨੇ ਪੁੱਛਿਆ ਤੇ ਉਹ ਦੇ ਵਰ ਅਨਏਬਲ ਟੂ ਅੰਡਰਸਟੈਂਡ ਔਰ ਸਪੀਕ ਇਨ ਇੰਗਲਿਸ਼। ਸੋ ਉਦੋਂ ਇਸ਼ੂ ਆਇਆ ਸੀਗਾ, ਬਿਕੋਜ਼ ਉਦੋਂ ਉਹ ਬੱਚਿਆਂ ਨੂੰ ਉਹਨਾਂ ਨੂੰ ਵਾਪਸ ਕੈਂਸਲ ਵੀ ਕੀਤੇ ਗਏ ਸੀਗੇ। ਸੋ ਐਬਸੋਲੂਟਲੀ ਇਹ ਕੋਈ ਨਵਾਂ ਇਸ਼ੂ ਨਹੀਂ ਹੈਗਾ, ਬਟ ਕੀ ਹੁੰਦਾ ਕੀ ਹੈ ਤਰਨ, ਜਦੋਂ 10 ਬੱਚੇ ਕਰਦੇ ਆ 20 ਬੱਚੇ ਕਰਦੇ ਆ, ਉਹਨਾਂ ਨੂੰ ਦੇਖਾ ਦੇਖੀ 100 ਹੋ ਜਾਂਦੇ, 100 ਦੇ 200 ਹੋ ਜਾਂਦੇ ਨੇ। ਸੋ ਹਰ ਬੱਚਾ, ਹਰ ਪੇਰੈਂਟ ਚਾਹੁੰਦਾ ਕਿ ਮੇਰੇ ਬੱਚੇ ਵਾਪਸ ਕੈਨੇਡਾ ਚਲ ਜਾਣ। ਸੋ ਕਈ ਵਾਰੀ ਉਹ ਗਲਤ ਰਸਤਾ ਲੈਣ ਦੇ ਮਜਬੂਰੀ ਆ ਜਾਂਦੀ ਹੈਗੀ, ਬਟ ਮੈਂ ਹਮੇਸ਼ਾ ਕਹਿੰਦਾ ਕਿ ਇਹੋ ਜਿਹੀ ਮਜਬੂਰੀ ਤੋਂ ਦੂਰ ਰਹੋ, ਇਹੋ ਜਿਹੀ ਮਜਬੂਰੀ ਤੋਂ ਦੂਰ ਰੱਖੋ ਆਪਣੇ ਬੱਚਿਆਂ ਨੂੰ, ਬਿਕੋਜ਼ ਉਹ ਕਿਤੇ ਨਾ ਕਿਤੇ ਜਾ ਕੇ ਤੁਹਾਨੂੰ ਤੰਗ ਜ਼ਰੂਰ ਕਰੇਗੀ। ਬਿਲਕੁਲ ਸਰ, ਸਟੱਡੀ ਵੀਜ਼ਾ ਦੀ ਜਦੋਂ ਆਪਾਂ ਗੱਲ ਕਰਦੇ ਹਾਂ, ਕੁਝ ਸਟੂਡੈਂਟਸ ਨੇ ਜਿਹੜੇ ਉੱਥੇ ਗ੍ਰੇਡ 12 ਕਰਕੇ ਆ ਰਹੇ ਨੇ, ਕੁਝ ਸਟੂਡੈਂਟਸ ਨੇ ਜਿਹੜੇ ਗ੍ਰੈਜੂਏਸ਼ਨ ਜਾਂ ਪੋਸਟ ਗ੍ਰੈਜੂਏਸ਼ਨ ਕਰਕੇ ਵੀ ਆ ਰਹੇ ਨੇ। ਸੋ ਜਿਹੇ ਵਿੱਚ ਜਦੋਂ ਹੁਣ ਤੁਸੀਂ ਗੱਲ ਕਰਦੇ ਹੋ ਪੋਸਟ ਗ੍ਰੈਜੂਏਸ਼ਨ ਦੀ, ਜੇ ਮੈਂ ਗੱਲ ਕਰਾਂ, ਕਈ ਵਾਰੀ ਉੱਥੇ ਇਹ ਵੀ ਸਲਾਹ ਦਿੱਤੀ ਜਾਂਦੀ ਹੈ ਕਿ ਵੀ ਪੋਸਟ ਗ੍ਰੈਜੂਏਸ਼ਨ ਨਾਲੋਂ ਗ੍ਰੈਜੂਏਸ਼ਨ ਦਿਖਾ ਦਿੱਤੀ ਜਾਓ, ਉਹੀ 2 ਸਾਲ ਦਾ ਵਿੱਚ ਕੋਈ ਐਕਸਪੀਰੀਅੰਸ ਵਗੈਰਾ ਸ਼ੋ ਕਰ ਦਿੱਤਾ ਜਾਵੇ। ਸੋ ਇਹ ਚੀਜ਼ ਇੱਥੇ ਆ ਕੇ ਕਿੰਨੀ ਕੁ ਉਹਨਾਂ ਦੇ ਫੇਵਰ ਦੇ ਵਿੱਚ ਜਾਂ ਕਿੰਨੀ ਅਗੇਂਸਟ ਜਾ ਸਕਦੀ ਹੈ, ਇਹਦੇ ਬਾਰੇ ਗੱਲ ਕਰਾਂਗੇ। ਨੈਕਸਟ ਕਾਲਰ, ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ, ਕੀ ਸਵਾਲ ਹੈ? ਮਾਫੀ ਚਾਹਾਂਗੇ ਜੀ, ਸ਼ਾਇਦ ਫੋਨ ਡਿਸਕਨੈਕਟ ਹੋ ਗਿਆ, ਤੁਸੀਂ ਦੁਬਾਰਾ ਕਾਲ ਕਰ ਸਕਦੇ ਹੋ। ਜੀ ਸਰ। ਤਰਨ, ਮੈਂ ਹਮੇਸ਼ਾ ਕਹਿੰਦਾ ਕਦੀ ਵੀ ਝੂਠ ਨਾ ਬੋਲੋ। ਤੁਹਾਡੀ ਐਜੂਕੇਸ਼ਨ, ਜੇ ਤੁਸੀਂ ਗ੍ਰੈਜੂਏਸ਼ਨ ਹੈਗੇ ਹੋ ਤੇ ਆਪਣੀ ਗ੍ਰੈਜੂਏਸ਼ਨ ਕਿਉਂ ਨਹੀਂ ਦਿਖਾਣੀ? ਤੁਸੀਂ ਕੱਲ ਨੂੰ ਜਦੋਂ PR ਲਗਾਣੀ ਹੈ, ਤੁਹਾਨੂੰ ਐਕਸਟਰਾ ਪੁਆਇੰਟਸ ਮਿਲਨੇ ਨੇ ਤੁਹਾਡੀ ਗ੍ਰੈਜੂਏਸ਼ਨ ਦੇ। ਇੱਕ ਹੋਰ ਚੀਜ਼ ਆਉਂਦੀ ਹੈ ਕਿ ਉੱਥੇ ਜੇ ਜੌਬ ਵੀ ਕੀਤੀ ਹੁੰਦੀ ਹੈ, ਕਹਿੰਦੇ ਜੌਬ ਨਾ ਸ਼ੋ ਕਰੋ ਜੀ, ਇੱਥੇ ਕਿਉਂ ਨਾ ਸ਼ੋ ਕਰੋ? ਬਿਕੋਜ਼ ਜੇ ਜੌਬ ਕੀਤੀ ਹੋਈ ਹੈ ਉਹ ਨੌਕ OAB ਦੇ ਵਿੱਚ ਹੈਗੀ ਹੈ, ਟੀਅਰ 0 1 2 3 ਦੇ ਵਿੱਚ ਹੈਗੀ ਹੈ, ਤੇ ਤੁਹਾਨੂੰ ਪੁਆਇੰਟਸ ਮਿਲਦੇ ਨੇ, ਤੁਸੀਂ ਉਹਦੇ ਤੁਹਾਨੂੰ ਅੱਗੇ PR ਲੈਣੀ ਤੁਹਾਡੀ ਆਸਾਨ ਹੋ ਜਾਂਦੀ ਹੈਗੀ। ਸੋ ਹਮੇਸ਼ਾ ਕਹਿਣਾ ਜੀ, ਕਦੀ ਵੀ ਝੂਠ ਨਾ ਬੋਲੋ, ਕਦੇ ਵੀ ਗਲਤ ਡਾਕੂਮੈਂਟ ਵਾਲੇ ਪਾਸੇ ਨਾ ਦੇਖੋ। ਜੇ ਆਈਲੈਟਸ ਹੈਗਾ ਹੈ ਤੇ ਆਈਲੈਟਸ ਕੋਈ ਹਊਆ ਨਹੀਂ ਬਣ ਗਿਆ ਹੋਇਆ, ਆਈਲੈਟ ਦੀ ਤਿਆਰੀ ਕਰੋ ਐਂਡ ਆਪਣੀ ਮਿਹਨਤਾਂ ਕਰੋ। ਜੇ ਸਿਰਫ ਤੁਸੀਂ ਕਲਾਸਾਂ ਲਗਾਉਣ ਜਾਣਾ ਹੈ, ਸਿਰਫ ਘੁੰਮਣ ਫਿਰਨ ਵਾਸਤੇ ਜਾਣਾ, ਤੇ ਉਹ ਕਲਾਸਾਂ ਤੁਹਾਡੇ ਵਾਸਤੇ ਨਹੀਂ ਹੈਗੀਆਂ, ਫਿਰ ਤੇ ਤੁਸੀਂ ਆਪਣੇ ਮਾਪਿਓ ਦਾ ਹਾਰਡ ਐਂਡ ਮਨੀ ਖਰਾਬ ਕਰ ਰਹੇ ਹੋ। ਉਸ ਤੋਂ ਚੰਗਾ ਹੈਗਾ ਕਿ ਤੁਸੀਂ ਰਿਲੀਜੀਅਸਲੀ ਆਪਣੀ ਤਿਆਰੀ ਕਰੋ ਆਈਲੈਟ ਦੀ। ਜੇ ਤੁਹਾਨੂੰ 6 ਮਹੀਨੇ ਦੀ, ਤੁਸੀਂ 3 ਮਹੀਨੇ ਦੀ ਬ੍ਰੇਕ ਵੀ ਲਿੱਤੀ ਹੈਗੀ ਹੈ, ਬਹੁਤ ਸਾਰੇ ਬੱਚੇ ਉੱਥੇ ਬ੍ਰੇਕ ਲੈ ਕੇ ਸਿਰਫ ਆਈਲੈਟ ਦੀ ਤਿਆਰੀਆਂ ਚੱਲਦੇ ਪਏ। ਸੋ ਜੇ ਬ੍ਰੇਕ ਵੀ ਲਿੱਤੀ ਤਾਂ ਉਹਦੇ ਤੇ ਰਿਲੀਜੀਅਸਲੀ ਕੰਮ ਕਰੋ ਆਪਣੀ ਲੈਂਗੁਏਜ ਇੰਪਰੂਵ ਕਰਨ ਵਾਸਤੇ। ਮੈਂ ਹਮੇਸ਼ਾ 2-3 ਚੀਜ਼ਾਂ ਜ਼ਰੂਰ ਕਹਿਣਾ ਤਰਨ ਜੀ। ਇੱਕ ਤਾਂ ਇੰਗਲਿਸ਼ ਦੀ ਨਿਊਜ਼ ਜ਼ਰੂਰ ਸੁਣਨੀ ਸ਼ੁਰੂ ਕਰ ਦਿਓ, CBC BBC CNN, ਇਹੋ ਜਿਹੀ ਨਿਊਜ਼ ਅੱਧਾ ਘੰਟਾ ਜ਼ਰੂਰ ਬੱਚਿਆਂ ਨੂੰ ਸੁਣਨੀ ਚਾਹੀਦੀ ਹੈ, ਜੇ ਉਹ ਸਹੀ ਮਾਇਨਿਆਂ ਦੇ ਵਿੱਚ ਲੈਂਗੁਏਜ ਇੰਪਰੂਵ ਕਰਨਾ ਚਾਹੁੰਦੇ ਨੇ। ਉਸ ਤੋਂ ਬਾਅਦ ਨਿਊਜ਼ਪੇਪਰ ਇੰਗਲਿਸ਼ ਦਾ ਕੋਈ ਵੀ, ਇੰਡੀਅਨ ਐਕਸਪ੍ਰੈਸ ਹੈਗਾ, ਟ੍ਰਿਬਿਊਨ ਹੈਗਾ, ਟਾਈਮਸ ਆਫ ਇੰਡੀਆ, ਹਿੰਦੁਸਤਾਨ ਟਾਈਮਸ ਦਾ ਕੋਈ ਵੀ ਨਿਊਜ਼ਪੇਪਰ ਲੈਂਦੇ ਪਿਓ, ਡੈਕਨ ਹੈਗਾ, ਉਹਦਾ ਐਡੀਟੋਰੀਅਲ ਪੇਜ ਜਿਹੜਾ ਹੁੰਦਾ ਹੈ, ਉਹਦਾ ਇੱਕ ਕਾਲਮ ਤੋਂ ਸ਼ੁਰੂ ਕਰ ਲਓ ਕਿ ਇੱਕ ਕਾਲਮ ਅਸੀਂ ਪੜ੍ਹਨਾ ਹੈਗਾ। ਐਂਡ ਜਦੋਂ ਵੀ ਪੜ੍ਹਨ ਬੈਠੋ ਤਾਂ ਇਹ ਨਹੀਂ ਕਿ ਤੁਸੀਂ ਮਨ ਦੇ ਵਿੱਚ ਪੜ੍ਹ ਕੇ 2 ਮਿੰਟਾਂ ਦੇ ਵਿੱਚ ਪੜ੍ਹ ਲਿਆ ਜੀ ਮੈਂ ਸਾਰਾ। ਜਦੋਂ ਤੁਸੀਂ ਪੜ੍ਹਨ ਬੈਠਣਾ ਤੇ ਉੱਚੀ ਉਹਨੂੰ ਰੀਡ ਕਰਨਾ ਹੈ, ਰਾਈਟ? ਸ਼ੀਸ਼ੇ ਦੇ ਸਾਹਮਣੇ ਬਹਿ ਜਾਓ, ਜਿਹੜਾ ਐਕਸਪ੍ਰੈਸ਼ਨ ਹੈਗਾ, ਜਿਹੜਾ ਕੁਐਸਚਨ ਮਾਰਕ ਹੈ, ਫੁੱਲ ਸਟਾਪ ਹੈਗਾ, ਕੌਮਾ ਹੈਗਾ, ਐਕਸਕਲੇਮੇਸ਼ਨ ਹੈਗਾ, ਉਸ ਤਰ੍ਹਾਂ ਦੇ ਐਕਸਪ੍ਰੈਸ਼ਨਸ ਦੇਣੇ ਹੈਗੇ ਨੇ। ਐਂਡ 36000 ਵਰਡ ਇਹੋ ਜਿਹੇ ਹੋਣਗੇ ਜਿਹੜੇ ਤੁਹਾਨੂੰ ਉਹਨਾਂ ਦਾ ਮੀਨਿੰਗ ਨਹੀਂ ਪਤਾ ਹੋਏਗਾ, ਉਹਨੂੰ ਅੰਡਰਲਾਈਨ ਕਰੋ। ਤੁਹਾਡੇ ਕੋਲ ਫੋਨ ਹਰ ਇੱਕ ਬੱਚੇ ਕੋਲ ਹੈਗਾ ਆ, ਗੂਗਲ ਤੇ ਆਪਣਾ ਮੀਨਿੰਗ ਸਰਚ ਕਰੋ, ਉਹਦੇ 2 ਸੈਂਟੈਂਸਸ ਬਣਾਓ। 3 ਚੀਜ਼ਾਂ ਇੰਪਰੂਵ ਹੋਣਗੀਆਂ ਤਰਨ ਜੀ। ਇੱਕ ਤਾਂ ਤੁਸੀਂ ਰੀਡ ਕਰ ਰਹੇ ਹੋ, ਉਹਦੇ ਨਾਲ ਤੁਹਾਡੀ ਰੀਡਿੰਗ ਇੰਪਰੂਵ ਹੋ ਰਹੀ ਹੈ, ਤੁਹਾਡੀ ਵੋਕੈਬਲਰੀ ਇੰਪਰੂਵ ਹੋ ਰਹੀ ਹੈ। ਤੀਸਰਾ, ਤੁਹਾਡੀ ਸਪੀਕਿੰਗ ਸਕਿੱਲਸ ਇੰਪਰੂਵ ਹੋ ਰਹੀਆਂ ਹੈਗੀਆਂ। ਚੌਥਾ, ਜਿਹੜਾ ਤੁਸੀਂ ਸੁਣ ਰਹੇ ਹੈਗੇ ਹੋ ਨਿਊਜ਼ ਤੋਂ, ਤੁਹਾਡੀ ਲਿਸਨਿੰਗ ਸਕਿੱਲਸ ਇੰਪਰੂਵ ਹੋ ਰਹੀਆਂ ਹੈਗੀਆਂ। ਰਿਲੀਜੀਅਸਲੀ ਤੁਸੀਂ ਜੇ 2 ਮਹੀਨੇ ਵੀ ਐਕਸਰਸਾਈਜ਼ ਕਰ ਲੈਂਦੇ ਹੋ, ਨੋਬਡੀ ਕੈਨ ਸਟਾਪ ਯੂ ਫਰੋਮ ਗੈਟਿੰਗ 6.5 ਬੈਂਡਸ, ਬਟ ਕਰਨੀ ਨਹੀਂ ਹੈਗੀ। ਅਸੀਂ ਸਿਰਫ ਕਲਾਸਾਂ ਟਾਈਮ ਪਾਸ ਕਰਨ ਵਾਸਤੇ ਜਾ ਰਹੇ ਹਾਂ। ਜਿਹੜੇ ਘੰਟੇ ਦੀ ਕਲਾਸ ਹੈਗੀ ਹੈ, ਉਹਦੇ ਵਿੱਚ ਐਕਚੁਅਲ ਪੜ੍ਹਾਈ ਕਿੰਨੀ ਹੈਗੀ, ਅੱਧੇ ਘੰਟੇ ਦੀ ਵੀ ਨਹੀਂ, ਉਹ ਵੀ ਗੱਲਾਂ ਬਾਤਾਂ ਮਾਰ ਕੇ ਟੀਚਰ ਨਾਲ ਤੁਸੀਂ ਵਾਪਸ ਆ ਜਾਂਦੇ ਹੈਗੇ ਹੋ। ਰਿਲੀਜੀਅਸਲੀ ਜੇ ਤੁਸੀਂ ਆਪਣੀ ਲੈਂਗੁਏਜ ਸਕਿੱਲਸ ਇੰਪਰੂਵ ਕਰਨਾ ਚਾਹੁੰਦੇ ਹੋ ਤਾਂ ਤੁਹਾਡੇ ਕੋਲ ਐਪਰਚੁਨਿਟੀਜ਼ ਬਹੁਤ ਹੈਗੀਆਂ, ਬਟ ਐਫਰਟ ਤੁਹਾਨੂੰ ਆਪ ਕਰਨੇ ਪੈਣੇ ਨੇ। ਕਿਸੇ ਨੇ ਮਾਂ ਦੀ ਤਰ੍ਹਾਂ ਕਿਸੇ ਨੇ ਆ ਕੇ ਮੂੰਹ 'ਚ ਰੋਟੀ ਨਹੀਂ ਪਾਣੀ, ਤੁਹਾਨੂੰ ਆਪ ਹੀ ਕਰਨਾ ਪੈਣਾ ਆ। ਸਰ, ਜਦੋਂ ਇੱਕ ਵਾਰੀ ਸਟੱਡੀ ਵੀਜ਼ਾ ਲੱਗਦਾ ਹੈ, ਸਟੱਡੀ ਵੀਜ਼ਾ ਤੇ ਸਟੱਡੀ ਪਰਮਿਟ 'ਚ ਕੀ ਅੰਤਰ ਹੈਗਾ ਆ? ਤੇ ਜੇ ਸਟੱਡੀ ਵੀਜ਼ਾ ਮਿਲ ਗਿਆ, ਇਟ ਮੀਨਸ ਕਿ ਇਹ ਡੈਫੀਨੇਟ ਹੈ ਕਿ ਤੁਹਾਨੂੰ ਕੈਨੇਡਾ ਵਿੱਚ ਐਂਟਰ ਕਰਨ ਦੀ ਇਜਾਜ਼ਤ ਮਿਲ ਗਈ ਹੈ ਤੇ ਹੁਣ ਤੁਸੀਂ ਆਪਣਾ ਅੱਗੇ ਪ੍ਰੋਸੈਸ ਜਾਰੀ ਕਰ ਸਕਦੇ ਹੋ। ਬਿਲਕੁਲ ਤਰਨ ਜੀ। ਓਕੇ, ਨਾਰਮਲੀ ਜਦੋਂ ਵੀਜ਼ਾ ਲੱਗ ਕੇ ਵਾਪਸ ਆਉਂਦਾ ਉਹ ਸਟੱਡੀ ਪਰਮਿਟ ਹੁੰਦਾ ਜੀ। ਐਂਡ ਜਦੋਂ ਵੀ ਸਟੱਡੀ ਪਰਮਿਟ ਆਉਂਦਾ ਹੈ, ਉਹਦੇ ਨਾਲ ਇੱਕ ਚਿੱਠੀ ਵੀ ਆਉਂਦੀ ਹੈ ਕਿ ਕੋਈ ਚੇਂਜ ਆਫ ਸਰਕਮਸਟੈਂਸਿਸ ਤੁਹਾਡੀ ਲਾਈਫ ਦੇ ਵਿੱਚ
ਵਿੱਚ ਹੋ ਰਹੇ ਨੇ ਤੇ ਤੁਸੀਂ ਬਿਫੋਰ ਟਰੈਵਲਿੰਗ ਸਾਨੂੰ ਇਨਫੋਰਮ ਕਰਨਾ ਹੈਗਾ। ਸੋ ਹੁੰਦਾ ਕੀ ਪਿਆ ਉੱਥੇ ਕਿ ਵਿਆਹ ਹੋ ਜਾਂਦੇ ਪਏ ਆ ਵੀਜ਼ਾ ਆਉਣ ਤੋਂ ਬਾਅਦ, ਐਂਡ ਉਹ ਨਾ ਤਾਂ ਉੱਥੇ ਇਨਫੋਰਮ ਕੀਤਾ ਜਾਂਦਾ, ਨਾ ਹੀ ਇੱਥੇ ਪੋਰਟ ਆਫ ਐਂਟਰੀ ਤੇ ਜਦੋਂ ਐਂਟਰ ਕਰਦੇ ਹੋ ਤਾਂ ਇਨਫੋਰਮ ਕੀਤਾ ਜਾਂਦਾ। ਉਹ ਜਦੋਂ ਤੁਸੀਂ ਸਪਾਂਸਰ ਕਰਦੇ ਹੋ ਉਹਨਾਂ ਨੂੰ ਤਾਂ ਕੁਐਸਚਨ ਮਾਰਕ ਕਰਦਾ ਤੁਹਾਡੇ ਤੇ ਵਿਆਹ ਹੀ ਨਹੀਂ ਹੋਏ ਸੀਗੇ। ਸੋ ਹਮੇਸ਼ਾ ਜੇ ਇਹੋ ਜਿਹੀ ਸਰਕਮਸਟੈਂਸਿਸ ਚੇਂਜ ਹੋਈਆਂ ਤੇ ਵਿਆਹ ਦਾ ਇਨਫੋਰਮੇਸ਼ਨ ਦਿਓ, ਪੋਰਟ ਆਫ ਐਂਟਰੀ ਤੇ ਵੀ ਤੁਸੀਂ ਦੇ ਸਕਦੇ ਹੋ। ਐਂਡ ਉਸ ਤੋਂ ਬਾਅਦ ਇੱਥੇ ਆ ਗਏ, ਇੱਥੇ ਆ ਕੇ ਤੁਹਾਨੂੰ ਸਟੱਡੀ ਵੀਜ਼ਾ, ਤੁਹਾਡਾ ਵੀਜ਼ੇ ਤੋਂ ਬਾਅਦ ਪਰਮਿਟ ਇਸ਼ੂ ਹੋ ਜਾਂਦਾ, ਉੱਥੇ ਵੀਜ਼ਾ ਹੁੰਦਾ ਫਿਰ ਇੱਥੇ ਪਰਮਿਟ ਹੋ ਜਾਂਦਾ। ਉਸ ਤੋਂ ਬਾਅਦ ਨਾਲ ਹੀ ਤੁਹਾਨੂੰ ਵਰਕ ਪਰਮਿਟ ਇਸ਼ੂ ਹੋ ਜਾਂਦਾ ਹੈ ਕਿ ਤੁਸੀਂ ਹੁਣ ਕੰਮ ਕਰ ਸਕਦੇ ਹੋ। ਹੁਣ ਟੈਕਨੀਕਲੀ ਜਿਹੜੇ ਵੀ ਬੱਚੇ ਕੈਨੇਡਾ ਦੇ ਵਿੱਚ ਹੈਗੇ ਨੇ December 2023 ਤੱਕ ਦੇ ਕੈਨ ਵਰਕ ਫੁੱਲ ਟਾਈਮ। ਸੋ ਇਹ ਓਪਰਚੁਨਿਟੀ December ਤੱਕ ਤਾਂ ਅਵੇਲੇਬਲ ਹੈਗੀ ਹੈ। ਸੋ 2 ਸਾਲ ਪੜ੍ਹਾਈ ਕੀਤੀ, ਇੱਕ ਸਾਲ ਜੌਬ ਕੀਤੀ, ਜੇ 3 ਸਾਲ ਦੇ ਡਿਪਲੋਮੇ ਦੇ ਵਿੱਚ ਆਏ ਹੋ, 3 ਸਾਲ ਦੇ ਕੋਈ ਕੋਰਸ ਦੇ ਵਿੱਚ ਆਏ ਹੋ, ਇਟ ਇਜ਼ ਮੱਚ ਬੈਟਰ ਬਿਕੋਜ਼ ਜਦੋਂ ਤੁਸੀਂ PR ਦੀ ਐਪਲੀਕੇਸ਼ਨ ਲਗਾਉਣੀ ਹੈ ਤੁਹਾਡੇ ਪੁਆਇੰਟਸ ਐਕਸਟਰਾ ਮਿਲਣੇ ਤੁਹਾਨੂੰ, ਐਂਡ ਤੁਹਾਡੀ PR ਆਸਾਨ ਹੋ ਜਾਣੀ ਹੈ। ਨਹੀਂ ਤਾਂ ਜਿਹੜੇ ਬੱਚੇ ਗ੍ਰੇਡ 12 ਕਰਕੇ ਆਏ ਨੇ, ਜਿਹਨੇ 2 ਸਾਲ ਪੜ੍ਹਾਈ ਕੀਤੀ, 1 ਸਾਲ ਜੌਬ ਵੀ ਕਰ ਲਈ ਸੁਪਰਵਾਈਜ਼ਰ ਦੀ, ਉਸ ਤੋਂ ਬਾਅਦ 1 ਸਾਲ ਬਾਅਦ ਵੀ ਉਹ ਜੇ ਉਹ 6.5 ਬੈਂਡ ਲੈ ਲੈਂਦੇ ਨੇ ਤੇ 387 ਪੁਆਇੰਟ ਤੇ ਲੈਂਡ ਕਰਨਗੇ। ਜੇ 6 ਬੈਂਡ ਆਉਂਦੇ ਨੇ, 6.5 ਦੇ ਵਿੱਚ ਆਉਂਦੇ ਨੇ, 367 ਤੋਂ ਲੈ ਕੇ 387 ਦੇ ਵਿੱਚ ਸਕੋਰ ਰਹੇਗਾ। ਚੱਲ ਕੀ ਰਿਹਾ ਸਕੋਰ 486। ਸੋ ਫਿਰ ਤੁਸੀਂ ਤੁਹਾਨੂੰ ਸੁਜੈਸ਼ਨ ਦੇਵਾਂਗੇ ਕਿ ਓਨਟਾਰੀਓ ਦੇ ਵਿੱਚ ਤੁਹਾਡੀ PR ਨਹੀਂ ਹੋਣੀ, ਜਾਂ ਤੇ ਰੂਰਲ ਪ੍ਰੋਗਰਾਮਸ ਦੇ ਵਿੱਚ ਜਾਓ, RNIP ਦੇ ਵਿੱਚ ਜਾਓ, ਐਲਬਰਟਾ ਦੇ ਰੂਰਲ ਪ੍ਰੋਗਰਾਮਸ ਦੇ ਵਿੱਚ ਜਾਓ, ਜਾਂ ਫਿਰ ਤੁਸੀਂ ਮੂਵ ਕਰੋ ਇਸ ਓਨਟਾਰੀਓ ਤੋਂ ਜਾਂ BC ਤੋਂ ਐਂਡ ਗੈਟ ਯੂਰ ਪਰਮਨੈਂਟ ਰੈਜ਼ੀਡੈਂਸੀਜ਼ ਇਨ ਦੋਸ ਪ੍ਰੋਵਿੰਸਸ। ਸਰ ਜਦੋਂ ਕਾਲਜ ਦੀ ਸਿਲੈਕਸ਼ਨ ਕਰਨੀ ਆ ਉਦੋਂ ਕੀ ਦੇਖ ਕੇ ਸਿਲੈਕਸ਼ਨ ਕਰਨੀ ਚਾਹੀਦੀ ਆ? ਪ੍ਰਾਈਵੇਟ ਕਾਲਜ, ਗਵਰਨਮੈਂਟ ਫੰਡਡ ਕਾਲਜ, ਪਬਲਿਕ ਫੰਡਡ ਕਾਲਜ, ਕਿਹੋ ਜਿਹੇ ਕਾਲਜ ਹੋਣਾ ਚਾਹੀਦਾ? ਤਰਨ ਜੀ, ਸਭ ਤੋਂ ਪਹਿਲਾਂ ਤਾਂ ਮੈਂ ਇੱਕੋ ਚੀਜ਼ ਕਹੂੰਗਾ ਕਿ ਜਦੋਂ ਵੀ ਤੁਸੀਂ ਕਾਲਜ ਦੀ ਸਿਲੈਕਸ਼ਨ ਕਰਨੀ ਆ ਨਾ ਸੋਚੋ ਕਿ ਮੇਰੇ ਰਿਸ਼ਤੇਦਾਰ, ਮੇਰੇ ਦੋਸਤ ਮਿੱਤਰ ਬਰੈਂਪਟਨ ਦੇ ਵਿੱਚ ਬੈਠੇ ਨੇ, ਮੈਨੂੰ ਬਰੈਂਪਟਨ ਦਾ ਜਾਂ ਟੋਰਾਂਟੋ ਦਾ ਹੀ ਕਾਲਜ ਚਾਹੀਦਾ, ਜਾਂ ਸਰੀ ਦੇ ਵਿੱਚ ਬੈਠੇ ਨੇ, ਮੈਨੂੰ ਵੈਂਕੂਵਰ ਦਾ ਹੀ ਕਾਲਜ ਚਾਹੀਦਾ। ਤੁਸੀਂ ਆਹ ਦੇਖੋ ਕਿ ਤੁਹਾਡਾ ਬੱਚਾ, ਤੁਸੀਂ ਐਜ਼ ਅ ਸਟੂਡੈਂਟ ਜੇ ਆ ਰਹੇ ਹੋ, ਤੁਹਾਡਾ ਕਿਸ ਕੋਰਸ ਦੇ ਵਿੱਚ ਇਨਕਲੀਨੇਸ਼ਨ ਹੈਗਾ, ਕਿਸ ਕੋਰਸ ਨੂੰ ਰੀਅਲੀ ਤੁਸੀਂ ਆਪਣਾ ਕੈਰੀਅਰ ਬਣਾਉਣਾ ਚਾਹੁੰਦੇ ਹੋ। ਬਿਕੋਜ਼ ਕਿ ਜਦੋਂ ਜਿਸ ਚੀਜ਼ ਦੇ ਵਿੱਚ ਇੰਟਰਸਟ ਹੋਏਗਾ ਨਾ, ਉਹਦੀ ਪੜ੍ਹਾਈ ਬੜੀ ਆਸਾਨ ਲੱਗੇਗੀ। ਜੇ ਇੰਟਰਸਟ ਨਹੀਂ ਹੋਏਗਾ ਤਾਂ ਤੁਸੀਂ ਡ੍ਰੌਪ ਵੀ ਹੋਗੇ, ਫੇਲ ਵੀ ਹੋਗੇ, ਅਗਲੇ ਸਮੈਸਟਰ ਦੇ ਵਿੱਚ ਤੰਗ ਵੀ ਹੋਗੇ, ਕੰਪਲਸਰੀ ਡ੍ਰੌਪ ਤੋਂ ਇਲਾਵਾ ਵੀ ਡ੍ਰੌਪ ਲਓਗੇ ਤੁਸੀਂ, ਤੇ ਉਹ ਅਗਲੇ ਤੁਹਾਡੀ PR ਦੀ ਆਪਸ਼ਨ ਉਨੀਆਂ ਘੱਟ ਜਾਣਗੀਆਂ। ਸੋ ਮੈਂ ਹਮੇਸ਼ਾ ਕਹਿੰਦਾ ਕਿ ਆਪਣੇ ਇੰਟਰਸਟ ਦੇ ਸਬਜੈਕਟਸ ਲਓ, ਆਪਣੇ ਇੰਟਰਸਟ ਦੀਆਂ ਚੀਜ਼ਾਂ ਦੇ ਵਿੱਚ ਪੜ੍ਹਾਈ ਕਰੋ। ਐਂਡ ਓਨਟਾਰੀਓ ਜਾਂ BC ਜਾਂ ਇਹਨੂੰ ਛੱਡ ਦਿਓ, ਕੈਨੇਡਾ ਦੇ ਵਿੱਚ ਜੇ ਤੁਸੀਂ ਨੋਵਾ ਸਕੋਸ਼ੀਆ ਜਾ ਕੇ ਪੜ੍ਹਦੇ ਹੋ, ਸੈਸਕੈਚੁਅਨ ਜਾ ਕੇ ਪੜ੍ਹਦੇ ਹੋ, ਮੈਨੀਟੋਬਾ ਜਾ ਕੇ ਪੜ੍ਹਦੇ ਹੋ, ਐਲਬਰਟਾ ਜਾ ਕੇ ਪੜ੍ਹਦੇ ਹੋ, ਤੁਹਾਡੀ ਫੀਸ ਵੀ ਘੱਟ ਹੈਗੀ ਹੈ, ਲਿਵਿੰਗ ਐਕਸਪੈਂਸਿਸ ਵੀ ਰਿਲੇਟਿਵਲੀ ਘੱਟ ਹੈਗੇ ਨੇ, ਤਾਂ ਤੁਹਾਡੀ PR ਆਸਾਨੀ ਦੇ ਨਾਲ ਅੰਡਰ PNP ਪ੍ਰੋਗਰਾਮਸ ਉੱਥੇ ਪੋਸੀਬਲ ਹੈਗੀ ਹੈ। ਸੋ ਐਂਡ ਖਾਸ ਕਰ ਹੁਣ ਜਿਹੜੇ ਬੱਚੇ ਕੈਨੇਡਾ ਦੇ ਵਿੱਚ ਆਏ ਹੋਏ ਨੇ, ਹੁਣ ਉਹਨਾਂ ਬੱਚਿਆਂ ਦੀ ਗੱਲ ਕਰੀਏ ਜਿਹੜੇ ਕੈਨੇਡਾ ਦੇ ਵਿੱਚ ਹੈਗੇ ਨੇ, ਜਿਹੜੇ ਬੱਚਾ, ਬਹੁਤ ਸਾਰੇ ਇਹੋ ਜਿਹੇ ਬੱਚੇ ਹੈਗੇ ਨੇ ਤਰਨ ਜੀ ਜਿਹੜੇ ਡ੍ਰੌਪ ਲੈ ਚੁੱਕੇ ਨੇ, ਇੱਕ ਸਮੈਸਟਰ ਪੜ੍ਹਾਈ ਨਹੀਂ ਕੀਤੀ, ਅਗਲੇ ਸਮੈਸਟਰ ਚਲੇ ਗਏ, ਅਗਲਾ ਸਮੈਸਟਰ ਵੀ 2 ਪੇਪਰ ਰਹਿ ਗਏ, ਤੀਜੇ ਸਮੈਸਟਰ 'ਚ ਆ ਕੇ ਡ੍ਰੌਪ ਕਰ ਗਏ ਜੀ। ਇਹੋ ਜਿਹੇ ਜੇ ਤੁਹਾਡਾ ਬੱਚਾ ਜਾਂ ਤੁਸੀਂ ਇਸ ਸਿਚੁਏਸ਼ਨ ਦੇ ਵਿੱਚ ਹੈਗੇ ਹੋ, ਅੱਖਾਂ ਮੀਟ ਕੇ ਨਾ ਬੈਠੋ, ਐਕਟ ਔਨ ਇਟ ਨਾਓ ਕਿ ਹੁਣੇ ਹੀ ਉਹਦੇ ਮੇਜਰਸ ਅਸੀਂ ਕੀ ਕਰ ਸਕਦੇ ਹਾਂ, ਉਹਦੇ ਤੇ ਹੁਣੇ ਹੀ ਕੰਮ ਕਰੋ। ਐਦਾਂ ਨਾ ਹੋਵੇ ਕਿ 2 ਸਾਲ ਦਾ ਟਾਈਮ ਨਿਕਲ ਜਾਵੇ, ਤੁਹਾਡਾ ਪੜ੍ਹਾਈ ਵੀ ਨਾ ਕੀਤੀ ਹੋਵੇ, ਐਂਡ ਉਸ ਤੋਂ ਤੁਸੀਂ ਐਕਸਟੈਂਸ਼ਨ ਪਾਓ ਤੇ ਤੁਹਾਨੂੰ ਕੁਐਸਚਨ ਮਾਰਕ ਆ ਜਾਏ। ਐਂਡ ਇੱਕ ਹੋਰ ਚੀਜ਼ ਤਰਨ ਜੀ ਬਹੁਤ ਜ਼ਿਆਦਾ ਚੱਲ ਰਹੀ ਹੈ ਕਿ ਅਸੀਂ ਪੇਰੋਲ ਚਲਵਾ ਲਵਾਂਗੇ ਜੀ। ਪੇਰੋਲ ਜਦੋਂ ਵੀ ਤੁਸੀਂ ਚਲਾਓਗੇ ਉਹ ਐਬਸੋਲੂਟਲੀ ਰੋਂਗ ਹੈਗਾ ਆ, ਬਿਕੋਜ਼ ਅੱਜ ਦੀ ਤਰੀਕ ਦੇ ਵਿੱਚ ਸਾਡੇ ਕੋਲ ਬਹੁਤ ਸਾਰੇ ਬੱਚੇ ਆ ਰਹੇ ਨੇ ਜਿਹੜੇ ਰੈੱਡ ਫਲੈਗ ਹੋਏ ਹੋਏ ਨੇ, ਜਿਨ੍ਹਾਂ ਨੂੰ ਐਕਸਪਲੇਨੇਸ਼ਨ ਲੈਟਰ ਆਈਆਂ ਹੋਈਆਂ ਹੈਗੀਆਂ, ਐਂਡ ਫਿਰ ਅਸੀਂ ਕਹਿੰਦੇ ਹਾਂ ਕਿ ਬੱਚੇ ਸਾਡੇ ਗਲਤ ਨਹੀਂ ਕਰਦੇ। ਮੈਂ ਹਮੇਸ਼ਾ ਕਹਿੰਦਾ ਕਿ ਜੌਬ ਜਿਹੜੀ ਵੀ ਕਰੋ, ਗੋ ਐਂਡ ਵਰਕ ਫॉर दैट एम्प्लॉयर। ਜਦੋਂ ਤੁਸੀਂ ਕੰਮ ਕਰਦੇ ਹੋਗੇ ਤੁਹਾਡੀ PR ਆਸਾਨ ਰਹੇਗੀ। ਜਦੋਂ ਤੁਸੀਂ ਝੂਠ ਬੋਲੋਗੇ, this is what is this ਝੂਠ ਹੀ ਹੈਗਾ ਨਾ ਤਰਨ ਜੀ। ਤੁਸੀਂ ਜੌਬ ਉੱਥੇ ਕਰ ਨਹੀਂ ਰਹੇ, ਤੁਸੀਂ ਉੱਥੇ ਪੇਰੋਲ ਚੱਲ ਰਿਹਾ ਹੈਗਾ, ਤੇ ਤੁਸੀਂ ਕੱਲ ਨੂੰ PR ਲਗਾਓਗੇ, ਜੇ ਕੋਈ ਕੁਐਸਚਨ ਆਂਦਾ ਆ ਜਾਂ ਤੁਹਾਡੀ ਵੈਰੀਫਿਕੇਸ਼ਨ ਹੁੰਦੀ ਹੈ, ਤੁਸੀਂ ਕਾਬੂ ਆ ਜਾਓਗੇ। ਐਂਡ ਇੱਥੇ ਇਸ ਟਾਈਮ ਤੇ 100 ਦੇ ਤਾਦਾਦ ਦੇ ਵਿੱਚ ਇਹੋ ਜਿਹੇ ਬੱਚੇ ਹੈਗੇ ਨੇ ਜਿਹੜੇ ਐਕਸਪਲੇਨੇਸ਼ਨ ਲੈਟਰਸ ਆਈਆਂ ਹੋਈਆਂ। ਐਂਡ ਮੈਂ ਹਮੇਸ਼ਾ ਕਹਿੰਦੇ ਲੂਣ ਆਟੇ ਦੇ ਵਿੱਚ ਉਨਾ ਕੁ ਪਾਓ ਕਿ ਜਿੰਨਾ ਕੁ ਨਿਕਲ ਜਾਵੇ। ਲੂਣ ਦੇ ਵਿੱਚ ਆਟਾ ਜਦੋਂ ਮਿਲਾਉਣਾ ਸ਼ੁਰੂ ਕਰ ਦਿਓਗੇ ਤੇ ਉਹ ਸਾਰਿਆਂ ਨੂੰ ਤੰਗ ਕਰੇਗਾ। ਬਿਲਕੁਲ ਸਰ, ਜਿਵੇਂ ਤੁਸੀਂ ਹੁਣੀ PR ਦੀ ਆਪਸ਼ਨਸ ਦੀ ਗੱਲ ਕੀਤੀ ਆ, ਤੇ ਕਈ ਵਾਰੀ ਇਦਾਂ ਹੁੰਦਾ ਕਿ ਹੁਣ ਸਪੈਸ਼ਲੀ ਅਸੀਂ ਗੱਲ ਕੀਤੀ ਜਾਵੇ ਤਾਂ ਇਨ ਡਿਮਾਂਡ ਜੌਬਸ ਦੀ ਇਸ ਵਕਤ ਜ਼ਿਆਦਾ ਚੱਲ ਰਹੀ ਆ, ਜਾਂ ਕੈਟਾਗਰੀਜ਼ ਇਹ ਜਿਹੀਆਂ ਦੇ ਇਸ ਵਕਤ ਡਰਾਸ ਨਿਕਲ ਰਹੇ ਨੇ, ਸਕਿੱਲ ਦੇ ਇਸ ਵਕਤ ਜ਼ਿਆਦਾ ਡਰਾਸ ਨਿਕਲ ਰਹੇ ਨੇ। ਸੋ ਬੱਚੇ ਵੀ ਥੋੜਾ ਜਿਹਾ ਉਸ ਪਾਸੇ ਵੱਲ ਸਟੱਡੀ ਲੈ ਕੇ ਆ ਸਕਦੇ ਨੇ, ਜਾਂ ਜਿਹੜੇ ਇੱਥੇ ਆਏ ਹੋਏ ਨੇ PNP ਜਾਂ ਐਕਸਪ੍ਰੈਸ ਐਂਟਰੀ, ਕਿਹੜਾ ਬੈਟਰ ਆਪਸ਼ਨ ਹੋ ਸਕਦਾ ਹੈ ਇਸ ਵਕਤ ਉਹਨਾਂ ਦੇ ਲਈ? ਤਰਨ ਜੀ, ਜਿਹੜਾ ਤਾਂ ਬੱਚਾ ਗ੍ਰੇਡ 12 ਕਰਕੇ ਆਇਆ ਉਹਦੇ ਵਾਸਤੇ PNP ਇਜ਼ ਦ ਮੋਸਟ ਸੂਟਡ ਆਪਸ਼ਨ। ਐਂਡ ਹਾਂ, ਆਕੂਪੇਸ਼ਨਸ ਦੇ ਉਹੋ ਜਿਹੇ ਹੈਗੇ ਨੇ, ਜੇ ਉਹ 5 ਜਿਹੜੇ ਸਟਰੀਮਸ ਨਵੀਆਂ ਅਨਾਉਂਸ ਕੀਤੀਆਂ ਗਈਆਂ ਜਿਹਦੇ 'ਚ ਅਸੀਂ ਆਕੂਪੇਸ਼ਨ
ਸਪੈਸੀਫਿਕ ਡਰਾਸ ਦੇਖਾਂਗੇ। ਹੈਲਥ ਕੇਅਰ ਹੈਗਾ, ਟ੍ਰੇਡ ਹੈਗਾ, ਪਲੰਬਰ ਹੋ ਗਏ, ਇਲੈਕਟ੍ਰੀਸ਼ੀਅਨਸ ਹੋ ਗਏ, ਵੈਲਡਰਸ ਹੋ ਗਏ, ਉਹ ਟ੍ਰੇਡ ਹੋ ਗਿਆ। ਲੌਜਿਸਟਿਕਸ ਹੈਗਾ ਹੈ ਉਹਦੇ ਵਿੱਚ, ਜਿਹਦੇ ਵਿੱਚ ਟਰਾਂਸਪੋਰਟੇਸ਼ਨ ਹੈਗਾ, ਐਗਰੀਕਲਚਰ ਸੈਕਟਰ ਹੈਗਾ। ਸੋ ਆਹ 5 ਟ੍ਰੇਡਸ ਹੈਗੇ ਨੇ। ਸੋ ਜੇ ਤੇ STEM ਹੈਗਾ, ਸਾਇੰਸ ਟੈਕਨੋਲੋਜੀ ਇੰਜੀਨੀਅਰਿੰਗ ਐਂਡ ਮੈਥਮੈਟਿਕਸ, ਸੋ ਜੇ ਇਹੋ ਜਿਹੇ ਟ੍ਰੇਡਸ ਹੈਗੇ ਨੇ, ਜੇ ਇਹਨਾਂ ਦੇ ਵਿੱਚ ਪੜ੍ਹਾਈ ਕੀਤੀ, ਐਬਸੋਲੂਟਲੀ ਪੜ੍ਹਾਈ ਦੇ PR ਇਜ਼ ਨਾਟ ਐਨ ਇਸ਼ੂ। ਜੇ ਤੁਸੀਂ ਯੂਨੀਵਰਸਿਟੀ ਦੇ ਵਿੱਚ ਪੜ੍ਹੇ ਹੋ, ਕੋਈ ਪ੍ਰੋਬਲਮ ਨਹੀਂ ਹੈਗੀ ਤੁਹਾਡੀ ਪਰਮਾਨੈਂਟ ਰੈਜ਼ੀਡੈਂਸੀ ਦੇ ਵਿੱਚ। ਪ੍ਰੋਬਲਮ ਸਿਰਫ ਉਹਨਾਂ ਬੱਚਿਆਂ ਨੂੰ ਹੈਗੀ ਜਿਹੜੇ ਗ੍ਰੇਡ 12 ਕਰਕੇ ਆ ਰਹੇ ਨੇ ਐਂਡ ਕਮਿਊਨੀਕੇਸ਼ਨ ਵੀ 6 6.5 ਤੋਂ ਉੱਪਰ ਨਹੀਂ ਹੈਗੀ, ਤੇ ਉਹਨਾਂ ਬੱਚਿਆਂ ਵਾਸਤੇ ਈਵਨ 8777 ਵੀ ਹੋਏਗਾ ਤਾਂ ਵੀ ਤੁਸੀਂ 425 ਤੇ ਰੈਂਟ ਕਰੋਗੇ, ਤੇ ਫਿਰ ਵੀ ਤੁਹਾਨੂੰ ਮੂਵ ਹੋਣਾ ਜਾਂ LMIA ਦੀ ਹੈਲਪ ਲਓਗੇ। ਸੋ ਆਹ ਚੀਜ਼ਾਂ ਹੈਗੀਆਂ ਤਰਨ ਜੀ। ਸੋ ਮੈਂ ਇੱਕ ਚੀਜ਼ ਜ਼ਰੂਰ ਕਹਿਣਾ, ਜਿਹੜੇ ਵੀ ਇੰਟਰਨੈਸ਼ਨਲ ਸਟੂਡੈਂਟ ਇਸ ਟਾਈਮ ਕੈਨੇਡਾ ਦੇ ਵਿੱਚ ਹੈਗੇ ਨੇ, ਜੇ ਤੁਸੀਂ ਓਪਨ ਵਰਕ ਪਰਮਿਟ ਦਿੱਤੇ ਹੋ ਤੇ ਹੈਗੇ ਹੋ, 18 ਮਹੀਨੇ ਦੀ ਐਕਸਟੈਂਸ਼ਨ, ਪਿਛਲੇ PR ਨਹੀਂ ਹੋ ਰਹੀ ਤੁਹਾਡੀ, ਕਿਤੇ ਵੀ ਕੁਆਲੀਫਾਈ ਨਹੀਂ ਹੋ ਰਹੇ, ਤੁਹਾਡੇ ਪੁਆਇੰਟਸ 400 ਤੋਂ ਥੱਲੇ ਬਣ ਰਹੇ ਨੇ, ਅਜੇ 18 ਮਹੀਨਿਆਂ ਦੀ ਐਕਸਟੈਂਸ਼ਨਸ ਮਿਲ ਗਈਆਂ ਤੁਹਾਨੂੰ, ਤੇ ਸਿੰਸੀਅਰਲੀ ਐਂਡ ਸੀਰੀਅਸਲੀ ਇਹਨੂੰ ਕੰਸੀਡਰ ਕਰੋ ਐਂਡ ਦੇਖੋ ਕਿ ਕਿਹੜਾ ਪ੍ਰੋਵਿੰਸ ਤੁਹਾਡੇ ਵਾਸਤੇ ਮੋਰ ਵੈਲਕਮਿੰਗ ਹੈਗਾ, ਐਂਡ ਗੋ ਐਂਡ ਸਟੇ ਐਂਡ ਵਰਕ ਇਨ ਦੈਟ ਪ੍ਰੋਵਿੰਸ ਐਂਡ ਆਪਣੀ ਪਰਮਾਨੈਂਟ ਰੈਜ਼ੀਡੈਂਸੀ ਲਓ। ਜਿਵੇਂ ਤੁਸੀਂ ਹੁਣੇ ਗੱਲ ਕੀਤੀ ਆ ਪ੍ਰੋਵਿੰਸ ਚੇਂਜ ਕਰਨ ਦੀ, ਸੋ ਕਿਹੜੀਆਂ ਪ੍ਰੋਵਿੰਸਸ ਦੇ ਵਿੱਚ ਇਸ ਵਕਤ ਬੈਟਰ ਆਪਸ਼ਨਸ ਹੋ ਸਕਦੇ ਆ? ਕਿਉਂਕਿ ਜੇ BC ਵੱਲ ਜਾਈਏ, BC ਵਿੱਚ ਵੀ ਸੇਮ ਆਪਸ਼ਨ ਆ, ਓਨਟਾਰੀਓ ਦੇ ਵਿੱਚ ਵੀ ਇਸ ਵਕਤ ਕੋਈ ਖਾਸ ਆਪਸ਼ਨਸ ਨਹੀਂ ਮਿਲ ਰਹੀਆਂ ਹੈਗੀਆਂ। ਕਿਹੜੀਆਂ ਇਹੋ ਜਿਹੀਆਂ ਪ੍ਰੋਵਿੰਸਸ ਹੈਗੀਆਂ ਨੇ ਜਾਂ ਏਰੀਆਜ਼ ਹੈਗੇ ਜਿੱਥੇ ਤੁਹਾਨੂੰ ਜੌਬ ਵੀ ਮਿਲ ਸਕਦੀ ਆ ਤੇ ਤੁਹਾਡੇ ਲਈ PNP ਦਾ ਰਸਤਾ ਵੀ ਓਪਨ ਹੋ ਸਕਦਾ? ਤਰਨ ਜੀ, ਸੈਸਕੈਚੁਅਨ ਇਜ਼ ਅ ਗੁੱਡ ਪ੍ਰੋਵਿੰਸ ਐਜ਼ ਆਫ ਟੁਡੇ। ਅਟਲਾਂਟਿਕ ਦੇ ਚਾਰੇ ਪ੍ਰੋਵਿੰਸਸ ਅੱਛੇ ਨੇ, ਅਲਬਰਟਾ ਇਜ਼ ਅ ਗੁੱਡ ਪ੍ਰੋਵਿੰਸ, ਐਂਡ ਓਨਟਾਰੀਓ ਦੇ ਵਿੱਚ ਵੀ ਕਈ ਸਿਟੀਜ਼ ਇਹੋ ਜਿਹੀਆਂ ਹੈਗੀਆਂ ਜਿੱਥੇ RNAP ਪ੍ਰੋਗਰਾਮਸ ਹੈਗੇ ਨੇ ਜਾਂ ਮਿਊਨਿਸਪਲ ਪ੍ਰੋਗਰਾਮਸ ਨੇ ਜਿਨ੍ਹਾਂ ਦਾ ਫਾਇਦਾ ਲਿੱਤਾ ਜਾ ਸਕਦਾ ਹੈ ਜੀ। ਤੇ ਜਿਹੜੇ ਸਟੂਡੈਂਟਸ ਇਸ ਵਕਤ ਤੁਹਾਨੂੰ ਦੇਖ ਰਹੇ ਨੇ ਉਹਨਾਂ ਨੂੰ ਕੀ ਕਹਿਣਾ ਚਾਹੋਗੇ? ਕਿਉਂਕਿ ਸਾਥੀਆਂ ਨਾਲ ਮਗਰ ਲਾ ਕੇ ਕਈ ਵਾਰੀ ਪ੍ਰੋਵਿੰਸ ਜਿਹੜਾ ਆ ਮੂਵ ਕਰਨਾ ਮੁਸ਼ਕਿਲ ਹੋ ਜਾਂਦਾ, ਜਾਂ ਕਈਆਂ ਦੇ ਲਾਸਟ ਮੂਮੈਂਟ ਦੇ ਉੱਤੇ ਆ ਕੇ ਪ੍ਰੋਪਰ ਉਹਨਾਂ ਨੂੰ ਡਾਕੂਮੈਂਟਸ ਵਗੈਰਾ ਨਹੀਂ ਮਿਲ ਪਾਉਂਦੇ ਹੈਗੇ। ਬਿਲਕੁਲ, ਜਿੰਨੇ ਵੀ ਇੰਟਰਨੈਸ਼ਨਲ ਸਟੂਡੈਂਟ ਸੁਣ ਰਹੇ ਨੇ, ਜੇ ਕਿਸੇ ਕੋਈ ਡ੍ਰੌਪ ਲਿੱਤਾ ਹੈਗਾ ਆ ਜਾਂ ਕਿਸੇ ਵਜ੍ਹਾ ਨਾਲ ਤੁਹਾਡਾ ਡ੍ਰੌਪ ਹੋ ਗਿਆ ਹੈਗਾ, ਵੈਲਿਡ ਵੀਜ਼ਾ ਤੇ ਹੈਗੇ ਹੋ ਤੇ ਐਕਟ ਔਨ ਇਟ ਨਾਓ। ਇਨਫੋਰਮੇਸ਼ਨ ਕੋਈ ਵੀ ਲੈਣਾ ਚਾਹੁੰਦੇ ਹੋ, ਆਪਣਾ ਪਰਟੀਕੂਲਰ ਕੇਸ ਆ ਕੇ ਸਰਕਮਸਟੈਂਸਿਸ ਡਿਸਕਸ ਕਰਨਾ ਚਾਹੁੰਦੇ ਹੋ, ਯੂ ਆਰ ਵੈਰੀ ਵੈਲਕਮ ਟੂ ਦਾ ਆਫਿਸ। ਤੁਹਾਨੂੰ ਪੇਸ਼ੈਂਟ ਹੀਅਰਿੰਗ ਮਿਲੇਗੀ ਐਂਡ ਵੀ ਵਿਲ ਗਿਵ ਯੂ ਵੈਰੀ ਸਟ੍ਰੇਟ ਫਾਰਵਰਡ ਐਡਵਾਈਸ। ਜਿਹੜੀ ਚੀਜ਼ ਸਾਨੂੰ ਠੀਕ ਲੱਗੇਗੀ ਉਹ ਤੁਹਾਨੂੰ ਸੁਜੈਸਟ ਕਰਾਂਗੇ। ਐਂਡ ਇੱਕੋ ਹੀ ਚੀਜ਼, ਜੇ ਗ੍ਰੇਡ 12 ਕਰਕੇ ਆਏ ਹੋ, 18 ਮਹੀਨਿਆਂ ਦੀ ਐਕਸਟੈਂਸ਼ਨ ਦੇ ਉੱਤੇ ਹੈਗੇ ਹੋ, ਜਾਂ ਸਿਰਫ 1.5 ਸਾਲ ਰਹਿ ਗਿਆ ਤੁਹਾਡੀ PR ਤੁਹਾਡਾ ਵਰਕ ਪਰਮਿਟ ਐਕਸਪਾਇਰ ਹੋਣ ਵਾਸਤੇ, ਤੇ ਐਕਟ ਨਾਓ ਰਾਦਰ ਦੈਨ ਸਟੇਇੰਗ ਇਨ ਓਨਟਾਰੀਓ। ਕੰਫਰਟ ਜ਼ੋਨ ਚੋਂ ਬਾਹਰ ਨਿਕਲੋ, ਬਾਹਰ ਜਾ ਕੇ ਆਪਣੀ ਪਰਮਾਨੈਂਟ ਰੈਜ਼ੀਡੈਂਸੀ ਖਿਲਾਓ। ਐਂਡ ਕਈ ਵਾਰੀ ਹੁੰਦਾ ਕੀ ਹੈਗਾ ਤਰਨ ਜੀ ਕਿ ਤੁਹਾਨੂੰ ਆਊਟ ਆਫ ਦਾ ਬਾਕਸ ਸੋਚਣਾ ਪੈਂਦਾ ਹੈਗਾ। ਐਂਡ ਈਵਨ ਜੇ ਤੁਸੀਂ ਇੰਟਰਾ ਕੰਪਨੀ ਟ੍ਰਾਂਸਫਰ ਤੇ ਕੈਨੇਡਾ ਹੈਗੇ ਹੋ, ਕੰਪਨੀ ਵਾਪਸ ਭੇਜ ਰਹੀ ਹੈਗੀ ਹੈ, ਜਾਂ ਲੁਕਿੰਗ ਫॉर ਆਪਸ਼ਨਸ, ਤੇ ਇੱਕ ਵਾਰੀ ਕੋਈ ਵੀ ਆਪਣਾ ਉਲਝਿਆ ਹੋਇਆ ਕੇਸ ਹੈਗਾ, ਸਟ੍ਰੇਟ ਫਾਰਵਰਡ ਐਡਵਾਈਸ ਲੈਣਾ ਚਾਹੁੰਦੇ ਹੋ ਤਾਂ ਇੱਕ ਵਾਰੀ ਸਾਨੂੰ ਆ ਕੇ ਜ਼ਰੂਰ ICC ਇਮੀਗ੍ਰੇਸ਼ਨ ਤੇ ਮੁਲਾਕਾਤ ਕਰ ਦਿਓ ਐਂਡ ਯੂ ਵਿਲ ਗੈਟ ਅ ਵੈਰੀ ਸਟ੍ਰੇਟ ਫਾਰਵਰਡ ਐਡਵਾਈਸ। ਕਹਿੰਦੇ PR ਐਪਲੀਕੈਂਟਸ ਲਈ ਵੀ ਹੁਣ ਇਹਨਾਂ ਨੇ ਬਾਇਓਮੈਟ੍ਰਿਕਸ ਓਪਨ ਕਰ ਦਿੱਤੇ ਨੇ ਦੁਬਾਰਾ। ਤਰਨ ਜੀ, ਕੋਵਿਡ ਤੋਂ ਪਹਿਲਾਂ, ਸੈਪਟੈਂਬਰ 2020 ਤੋਂ ਪਹਿਲਾਂ, ਜੇ ਟੈਂਪਰੇਰੀ ਤੁਸੀਂ ਸਟੇਟਸ ਲੈ ਕੇ ਆਏ ਹੋਏ ਸੀਗੇ, ਵਿਜ਼ਿਟ ਤੇ ਆਏ ਹੋ, ਵਰਕ ਪਰਮਿਟ ਤੇ ਆਏ ਹੋ ਜਾਂ ਸਟੱਡੀ ਵੀਜ਼ਾ ਤੇ ਆਏ ਹੋ, ਤੁਸੀਂ ਮੈਡੀਕਲ ਕਰਾ ਕੇ ਆਉਂਦੇ ਹੋ 90%। ਤੇ ਉਹ ਕੀ ਹੁੰਦਾ ਸੀਗਾ ਕਿ ਕੋਵਿਡ ਜਦੋਂ PR ਦੀ ਐਪਲੀਕੇਸ਼ਨ ਲਗਾਉਂਦੇ ਸੀਗੇ ਤੇ ਤੁਹਾਨੂੰ ਦੁਬਾਰਾ ਮੈਡੀਕਲ ਕਰਵਾਉਣੇ ਪੈਂਦੇ ਸੀਗੇ। ਸੋ ਸੈਪਟੈਂਬਰ 2020 ਦੇ ਵਿੱਚ ਜਦੋਂ ਸਾਰਾ ਲੋਕਡਾਊਨ ਹੋ ਗਿਆ, VAC ਆਫਿਸ ਸਾਰੇ ਬੰਦ ਹੋ ਗਏ, ਤਾਂ ਆਫਿਸਰਸ, ਤਾਂ ਇਮੀਗ੍ਰੇਸ਼ਨ ਵੱਲੋਂ ਇੱਕ ਹਦਾਇਤ ਆਈ ਸੀਗੀ ਕਿ ਸਿੰਸ ਇਹ ਲੋਕਡਾਊਨ ਚੱਲ ਰਿਹਾ, ਆਫਿਸਿਸ ਬੰਦ ਹੈਗੇ ਨੇ, ਸੋ ਅਸੀਂ ਐਪਲੀਕੇਸ਼ਨ ਪ੍ਰੋਸੈਸ ਕਰਨਾ ਚਾਹੁੰਦੇ। ਸੋ ਉਹਨਾਂ ਨੇ ਟੈਂਪਰੇਰੀ ਰਿਲੀਫ ਦਿੱਤਾ ਸੀਗਾ ਕਿ ਤੁਹਾਨੂੰ ਮੈਡੀਕਲ ਜੇ ਪਹਿਲਾਂ ਹੋਇਆ ਤੁਹਾਨੂੰ ਨਵਾਂ ਮੈਡੀਕਲ ਕਰਾਉਣ ਦੀ ਲੋੜ ਨਹੀਂ। ਸੋ ਅਸੀਂ ਹੁਣ ਪ੍ਰੀ ਪੈਂਡੈਮਿਕ ਕੰਡੀਸ਼ਨ 14 ਜੂਨ ਤੋਂ ਪ੍ਰੀ ਪੈਂਡੈਮਿਕ ਕੰਡੀਸ਼ਨਸ ਦੇ ਵਿੱਚ ਵਾਪਸ ਜਾ ਰਹੇ ਹਾਂ। ਹੁਣ ਮੈਡੀਕਲਸ ਦੀ ਲੋੜ ਪਏਗੀ। ਜੀ ਬਿਲਕੁਲ। ਤੇ ਤੁਹਾਡੇ ਕੋਲ ਕੁਝ ਆਪਸ਼ਨਸ ਹੁੰਦੇ ਆ ਜੌਬ ਨੂੰ ਲੈ ਕੇ, ਜੇ ਤੁਹਾਡੀਆਂ ਹੈਗੀਆਂ ਸਾਡੇ ਦਰਸ਼ਕਾਂ ਨਾਲ ਸਾਂਝੀ ਕਰ ਸਕਦੇ ਹੋ? ਤਰਨ ਜੀ, ਸਾਡੇ ਕੋਲ ਹੌਸਪਿਟੈਲਿਟੀ ਦੀਆਂ ਜੌਬਸ ਹੈਗੀਆਂ। ਜੇ ਤੁਸੀਂ ਦੁਨੀਆ ਦੇ ਕਿਸੇ ਕੋਨੇ ਦੇ ਵਿੱਚ ਵੀ ਬੈਠੇ ਹੈਗੇ ਹੋ, ਤੁਹਾਡੇ ਕੋਲ ਹੌਸਪਿਟੈਲਿਟੀ ਦਾ ਐਕਸਪੀਰੀਅੰਸ ਹੈਗਾ, ਕੁੱਕ ਹੈਗੇ ਹੋ, ਸ਼ੈਫ ਹੈਗੇ ਹੋ, ਸਰਵਰ ਹੈਗੇ ਹੋ, ਸੁਪਰਵਾਈਜ਼ਰ ਹੈਗੇ ਹੋ, ਮੈਨੇਜਰ ਹੈਗੇ ਹੋ, ਕਿਸੇ ਵੀ ਫਰੈਂਚਾਈਜ਼ ਦੇ ਵਿੱਚ ਕੰਮ ਕੀਤਾ ਹੈਗਾ, ਤੇ ਆਪਣੇ CVs, ਆਪਣੀ ਡਿਟੇਲ ਸਾਡੇ ਨਾਲ ਸ਼ੇਅਰ ਕਰ ਦਿਓ। ਵਿਦਿਨ ਨੈਕਸਟ 5 to 7 ਡੇਜ਼ ਤੁਹਾਨੂੰ ਇੰਟਰਵਿਊ ਹੋਏਗੀ, ਐਂਡ ਜੇ ਤੁਹਾਡੀ ਇੰਟਰਵਿਊ ਥਰੂ ਹੁੰਦੀ ਹੈ, ਤੁਹਾਡਾ LMI ਹੈ, ਤੇ ਉੱਤੇ ਤੁਸੀਂ ਕੈਨੇਡਾ ਆ ਸਕਦੇ ਹੋ। EMPLOYER ਕੁਆਲੀਫਾਈਡ ਹੈਗਾ PNPs ਵਾਸਤੇ। 1 ਸਾਲ ਕੰਮ ਕਰਨ ਤੋਂ ਬਾਅਦ ਤੁਸੀਂ PNP ਦੇ ਵਿੱਚ ਕੁਆਲੀਫਾਈ ਕਰ ਜਾਓਗੇ। ਇਹਦੇ ਨਾਲ ਜਿਹੜੇ ਇੰਟਰਨੈਸ਼ਨਲ ਸਟੂਡੈਂਟਸ ਇਸ ਟਾਈਮ ਕੈਨੇਡਾ ਦੇ ਵਿੱਚ ਹੈਗੇ ਨੇ, ਓਨਟਾਰੀਓ ਦੇ ਵਿੱਚ ਖਾਸ ਕਰ ਹੈਗੇ ਨੇ, ਐਂਡ ਲੁਕਿੰਗ ਫॉर ਆਪਸ਼ਨਸ, ਇੱਕ ਵਾਰੀ ICC ਕੋਲ ਆ ਕੇ ਜ਼ਰੂਰ ਡਿਸਕਸ ਕਰੋ ਕਿ ਤੁਹਾਡੀ ਵੇਅਰ ਡੂ ਯੂ ਲੈਂਡ, ਤੁਹਾਡੇ ਪੁਆਇੰਟਸ ਕਿੰਨੇ ਹੈਗੇ ਨੇ, ਕਿਹੜਾ ਆਪਸ਼ਨ ਤੁਹਾਡੇ ਵਾਸਤੇ ਬੈਸਟ ਵਰਕ ਕਰ ਸਕਦਾ। ਐਂਡ ਜੇ ਇਕੱਲਾ ਪੇਰੋਲ ਚਲਵਾਉਂਦੇ ਪਏ ਹੋ ਤੇ ਐਬਸੋਲੂਟਲੀ ਉਹਨੂੰ ਕ੍ਰਾਸ ਕਰ ਦਿਓ। ਇਹੋ ਜਿਹੀ ਕੋਈ ਵੀ ਚੀਜ਼ ਨਾ ਕਰੋ ਕਿ ਕੱਲ੍ਹ ਨੂੰ ਤੁਹਾਨੂੰ ਵੀ ਤੰਗ ਹੋਣਾ ਪਵੇ। ਐਂਡ ਕਈ ਵਾਰੀ ਬੱਚੇ ਇੱਕ ਛੋਟੀ ਜਿਹੀ ਗਲਤੀ ਕਰਕੇ ਬਾਅਦ ਚੋਂ
ਰਿਪੈਂਟ ਕਰਦੇ ਨੇ ਸਾਰੀ ਉਮਰ। ਸੋ ਇਹੋ ਜਿਹੀ ਕੋਈ ਵੀ ਗਲਤੀ ਨਾ ਕਰੋ ਜਿਹੜੀ ਤੁਹਾਨੂੰ ਕੱਲ ਨੂੰ ਦਿੱਕਤ ਦੇਵੇ ਜਾਂ ਕੱਲ ਨੂੰ ਤੰਗ ਕਰੇ। ਜੀ ਕਦੋਂ ਕਿਵੇਂ ਕਿੱਥੇ ਕੰਟੈਕਟ ਕਰ ਸਕਦੇ ਨੇ? ਸਾਡਾ ਹੈੱਡ ਆਫਿਸ ਮਿਸਿਸਾਗਾ ਦੇ ਵਿੱਚ ਹੈਗਾ ਜੀ 1137 ਡੇਰੀ ਰੋਡ ਈਸਟ। 16 ਸਾਲ ਤੋਂ ਜ਼ਿਆਦਾ ਅਰਸਾ ਹੋ ਗਿਆ ਆਈਸੀਸੀ ਇਮੀਗ੍ਰੇਸ਼ਨ ਟੀਮ ਨੂੰ ਇਮੀਗ੍ਰੇਸ਼ਨ ਸਰਵਿਸਿਜ਼ ਪ੍ਰੋਵਾਈਡ ਕਰਦਿਆਂ ਹੋਇਆ, ਐਂਡ ਵੀ ਆਰ ਅ ਟੀਮ ਦੈਟ ਇਜ਼ ਨੋਨ ਫॉर ਕ੍ਰਿਸਟਲ ਕਲੀਅਰ ਐਂਡ ਟਰਾਂਸਪੇਰੈਂਟ ਐਡਵਾਈਸ। ਫੋਨ ਨੰਬਰ ਸਾਡਾ ਹੈਗਾ 9054612424 9054612424। WhatsApp ਨੰਬਰ ਹੈਗਾ 6478509000 6478509000 ਐਂਡ ਈਮੇਲ ਆਈਡੀ ਹੈਗਾ info@iccimmigration.ca info@iccimmigration.ca। ਜੀ ਥੈਂਕ ਯੂ ਸੋ ਮਚ ਸਾਡੇ ਪ੍ਰੋਗਰਾਮ ਚ ਆਉਣ ਲਈ ਜਾਣਕਾਰੀ ਦੇਣ ਲਈ। ਥੈਂਕ ਯੂ ਤਰਨ ਜੀ। ਸੋ ਦੋਸਤੋ ਇਸੇ ਸਾਡਾ ਪ੍ਰੋਗਰਾਮ ਇਮੀਗ੍ਰੇਸ਼ਨ ਮੈਟਰਸ। ਹੁਣ ਤੁਹਾਨੂੰ ਜਾਣਕਾਰੀ ਚਾਹੀਦੀ ਹੈ ਇਮੀਗ੍ਰੇਸ਼ਨ ਸੰਬੰਧੀ, ਆਪਣੀ ਪ੍ਰੋਫਾਈਲ ਡਿਸਕਸ ਕਰਨਾ ਚਾਹੁੰਦੇ ਹੋ, ਦੁਨੀਆ ਦੇ ਕਿਸੇ ਵੀ ਕੋਨੇ ਚੋਂ ਕੈਨੇਡਾ ਤੁਹਾਡੀ ਡ੍ਰੀਮ ਡੈਸਟੀਨੇਸ਼ਨ ਹੈ, ਆਈਸੀਸੀ ਇਮੀਗ੍ਰੇਸ਼ਨ ਨੂੰ ਤੁਸੀਂ ਕੰਟੈਕਟ ਕਰ ਸਕਦੇ ਹੋ। ਇਸ ਦੇ ਨਾਲ ਫਿਲਹਾਲ ਦਿਓ ਇਜਾਜ਼ਤ। ਦੇਖਦੇ ਰਹੋ ਹਮਦਰਦ ਟੀਵੀ। ਸਤਿ ਸ਼੍ਰੀ ਅਕਾਲ।